ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾ ਦੁਆਰਾ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਉਹਨਾਂ ਦੀ ਜੀਵਨ ਦੇ ਵਿੱਚੋਂ ਆਪਾਂ ਵਿਚਾਰ ਪਿਛਲੇ ਦਿਨਾਂ ਦੇ ਵਿੱਚ ਕਰਦੇ ਆ ਰਹੇ ਹਾਂ। ਇੱਥੋਂ ਤੱਕ ਆਪਾਂ ਵਿਚਾਰ ਸਰਵਣ ਕੀਤੀ ਸੀ ਕਿ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਬਿੰਦਵਾਲ ਸਾਹਿਬ ਵਿਖੇ ਇੱਕ ਨਹੀਂ ਅਨੇਕਾਂ ਕਾਰਜ ਉਹ ਕੀਤੇ ਜਿਨ੍ਹਾਂ ਕਾਰਜਾਂ ਦੇ ਵਿੱਚ ਹਰ ਇੱਕ ਦਾ ਮਨ ਲੱਗਦਾ, ਵੇਖ ਕੇ ਖੁਸ਼ ਹੁੰਦਾ, ਤ੍ਰਿਪਤੀ ਹੁੰਦੀ ਹੈ। ਗੋਬਿੰਦਵਾਲ ਸਾਹਿਬ ਵਸਾਇਆ, ਅਲੱਗ-ਅਲੱਗ ਕਿੱਤਿਆਂ ਦੇ ਨਾਲ ਅਨੇਕਾਂ ਲੋਕ ਆ ਕੇ ਰਹੇ। ਭੇਦ ਭਾਵ ਮਿਟਾਉਣ ਦੇ ਲਈ ਬੋਲੀ ਦੀ ਉਸਾਰੀ ਕਰਵਾਈ। ਇਸ ਤੋਂ ਅੱਗੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਿਰ ਅਗਲਾ ਇੱਕ ਸਿਧਾਂਤ ਕਾਇਮ ਕੀਤਾ, ਜਿਹਦੀ ਆਰੰਭਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਰ ਦਿੱਤੀ। ਲੰਗਰ ਦੀ ਪ੍ਰਥਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿਧਾਂਤ ਕੀ ਬਣਾਇਆ? ਪਹਿਲਾ ਪੰਗਤ, ਪਾਛਾ ਸੰਗਤ। ਪਹਿਲਾਂ ਪੰਗਤ ਵਿੱਚ ਆ ਕੇ ਸਜੋ, ਭੋਜਨ ਪਾਣੀ ਛਕੋ। ਕੋਈ ਵੀ ਦੂਰੋਂ ਨੇੜੋਂ ਚੱਲ ਕੇ ਆਉਂਦਾ, ਫਿਰ ਉਸ ਤੋਂ ਬਾਅਦ ਗੁਰੂ ਦੀ ਸੰਗਤ ਵਿੱਚ ਆਉਣਾ ਤੇ ਗੁਰੂ ਦੀ ਸੰਗਤ ਵਿੱਚ ਆ ਕੇ ਭਜਨ ਦਾ ਲੰਗਰ ਛਕਣਾ। ਇਹ ਦੋਨੇ ਲੰਗਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਜੀ ਜੋਤ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਕਾਇਮ ਕੀਤੇ। ਪਹਿਲੇ ਪੰਗਤ, ਪਾਛੈ ਸੰਗਤ। ਹੁਣ ਆਪਾਂ ਨੂੰ ਇਹ ਵੀ ਪਤਾ ਵੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੰਬੰਧ ਚ ਵਿਰੋਧੀ ਧਿਰਾਂ ਬਹੁਤ ਚੜ ਕੇ ਆਉਂਦੀਆਂ ਨੇ। ਕਦੇ ਕਿਸ ਤਰ੍ਹਾਂ ਦਾ ਕੋਈ ਹੀਲਾ ਕਰਦੇ ਆ, ਕਦੇ ਕਿਸ ਤਰ੍ਹਾਂ ਦਾ ਕੋਈ ਹੀਲਾ ਕਰਦੇ ਆ, ਅਲੱਗ-ਅਲੱਗ। ਜਿਵੇਂ ਕਿ ਇੱਥੇ ਘਟਨਾ ਏਦਾਂ ਦੀ ਵੀ ਵਾਪਰੀ ਆ ਵੀ ਦਾਤੂ ਤੇ ਦਾਸੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ। ਹੁਣ ਜਿਹੜੇ ਲੋਕ ਵਿਰੋਧ ਵਿੱਚ ਹੁੰਦੇ ਨੇ, ਉਹਨਾਂ ਨੇ ਕੰਨ ਭਰੇ। ਕੇਵਲ ਗੁਰਬਾਣੀ ਗਾਇਨ ਕਰਨ ਵਾਲਾ ਮਨੁੱਖ, ਗੁਰਬਾਣੀ ਦੇ ਜੀਵਨ ਢਾਲਣ ਵਾਲਾ ਮਨੁੱਖ, ਗੁਰਬਾਣੀ ਅਨੁਸਾਰ ਜ਼ਿੰਦਗੀ ਜਿਉਣ ਵਾਲਾ ਮਨੁੱਖ, ਉਹਨੂੰ ਆਪਾਂ ਛੱਡ ਸਕਦੇ ਹਾਂ ਵੀ ਉਹ ਨਹੀਂ ਕਿਸੇ ਦੇ ਪਿੱਛੇ ਲੱਗਦਾ। ਸਿਆਣਾ ਮਨੁੱਖ ਕਹਿ ਲਓ। ਤੇ ਨਹੀਂ ਤਕਰੀਬਨ ਹਰ ਇੱਕ ਦਾ ਸੁਭਾਅ ਹੁੰਦਾ ਗਾ ਗੱਲ ਨੂੰ ਕੇਵਲ ਤੇ ਕੇਵਲ ਸੁਣ ਕੇ ਫੈਸਲਾ ਲੈ ਲੈਣਾ। ਇਹ ਅੱਜ ਸਾਡੀ ਦੁਨੀਆ ਦੇ ਵਿੱਚ ਬਹੁਤ ਵੱਡੀ ਕਮੀ, ਬਹੁਤ ਵੱਡੀ ਇੱਕ ਕਮਜ਼ੋਰੀ ਆ। ਵੇਖਿਆ ਕੁਝ ਨਹੀਂ, ਪਰਖਿਆ ਕੁਝ ਨਹੀਂ, ਸੁਣ ਜ਼ਰੂਰ ਲੈਤਾ ਤੇ ਸੁਣ ਕੇ ਫੈਸਲਾ ਲੈ ਲਿਆ। ਉਹਦਾ ਖਮਿਆਜਾ ਕੀ ਨਿਕਲਦਾ, ਨਤੀਜਾ ਕੀ ਆਉਂਦਾ, ਉਹ ਆਪਾਂ ਨੂੰ ਪਤਾ ਵੀ ਗਲਤ ਨਤੀਜਾ ਆਉਂਦਾ। ਹੁਣ ਇਵੇਂ ਜਿਵੇਂ ਵਿਰੋਧੀ ਧਿਰਾਂ ਨੇ ਲੈ ਦੇਖ
ਦਾਤੂ ਨੂੰ ਭਖਾਇਆ ਨਾ, ਤੈਨੂੰ ਗੱਦੀ ਮਿਲਣੀ ਸੀ, ਤੂੰ ਗੱਦੀ ਦਾ ਦਾਅਵੇਦਾਰ ਸੀ, ਤੂੰ ਸੁਸ਼ੋਭਿਤ ਹੋਣਾ ਸੀ ਗੱਦੀ ਤੇ, ਤੂੰ ਇਉਂ ਕਰ ਲਾ, ਇਉਂ ਕਰ ਲਾ, ਇਉਂ ਕਰ ਲਾ, ਕੋਈ ਚਾਰਾ ਨਾ ਚੱਲਿਆ। ਆਖਰ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਦੇ ਵਿੱਚ ਵਿਚਾਰਾਂ ਕਰ ਰਹੇ ਨੇ, ਜੋ ਘਟਨਾ ਇੱਥੇ ਵਾਪਰੀ ਆ। ਦਾਤੂ ਨੂੰ ਚੜਾ ਕੇ ਲਿਆਏ ਵਿਰੋਧੀ ਤਾਂ ਹੁੰਦੀ ਆ ਨਾ, ਭਖਾ ਕੇ ਲਿਆਏ ਤੇ ਜਾ ਕੇ ਨਾ ਤੂੰ ਬੇਇੱਜ਼ਤੀ ਕਰ, ਲੱਤ ਮਾਰ। ਤੇ ਦਾਤੂ ਨੇ ਸੇਮ ਹੀ ਇਦਾਂ ਦੀ ਕਹਾਣੀ ਆਪਣੀ ਜ਼ਿੰਦਗੀ 'ਚ ਲੈ ਲਈ। ਚੜਿਆ ਚੜਾਇਆ ਆਇਆ, ਅਪ ਸ਼ਬਦ ਬੋਲਦਾ ਆਇਆ, ਆ ਕੇ ਲੱਤ ਮਾਰੀ, ਇਹ ਗੱਦੀ ਦਾ ਵਾਰਸ ਮੈਂ ਸੀ, ਤੂੰ ਕਿਉਂ ਬੈਠਾ। ਚਲੋ ਪੂਰੀ ਕਹਾਣੀ ਨੂੰ ਆਪਾਂ ਇਹ ਕਹਿ ਲਈਏ ਵੀ ਬੇਇੱਜ਼ਤੀ ਕੀਤੀ, ਤੇ ਨਾਲ ਮਿਸ਼ਨ ਕੀ ਸੀ ਵੀ ਆਪੀ ਗੁਰੂ ਸਾਹਿਬ ਡਰਦੇ ਪਾਸੇ ਹੋ ਜਾਣਗੇ। ਡਰਦੇ ਉਹਨਾਂ ਦੇ ਅੰਦਰ ਇੱਕ ਡਰ ਖੜਾ ਹੋ ਜੂ, ਡਰ ਪੈਦਾ ਹੋ ਜੂਗਾ, ਛੱਡ ਜਾਣਗੇ। ਪਰ ਕਹਾਣੀ ਉਲਟ ਵਾਪਰੀ ਆ। ਚੜ ਕੇ ਆਇਆ, ਲੱਤ ਮਾਰਦਾ, ਲੱਤ ਮਾਰੀ। ਪਰ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਲੱਤ ਦਾ ਜਵਾਬ ਕਿਸ ਰੂਪ ਵਿੱਚ ਦੇਣਾ, ਇਹ ਗੁਰੂ ਨਾਨਕ ਸਾਹਿਬ ਤੋਂ ਸਿੱਖਿਆ। ਆਪਾਂ ਨੂੰ ਪਤਾ ਨਾ ਵੀ ਕਦੇ ਉਹ ਵਕਤ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਮੱਕੇ ਮਦੀਨੇ ਦੀ ਫੇਰੀ ਦੌਰਾਨ ਕਾਬੇ ਦੇ ਵਿੱਚ, ਕਾਬੇ ਵੱਲ ਲੱਤਾਂ ਕਰਕੇ ਪੈ ਗਏ ਤੇ ਜੀਵਨ ਨਾਮੀ ਪੁਰਖ ਨੇ ਆ ਕੇ ਗੁਰੂ ਨਾਨਕ ਸਾਹਿਬ ਦੇ ਲੱਤ ਮਾਰੀ ਸੀ। ਤੇ ਹੁਣ ਲੱਤ ਦਾ ਜਵਾਬ ਕਿਵੇਂ ਦੇਣਾ, ਇਹ ਗੁਰੂ ਅਮਰਦਾਸ ਮਹਾਰਾਜ ਨੂੰ ਸਮਝਾਉਣ ਦੀ ਲੋੜ ਨਹੀਂ। ਜਾਂ ਇਉਂ ਕਹਿ ਲਓ ਵੀ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਉਹਨਾਂ ਨੂੰ ਇਸ ਗੱਲ ਤੇ ਸੁਚੇਤ ਕਰਨ ਦੀ ਲੋੜ ਨਹੀਂ। ਉਹ ਗੁਰੂ ਨਾਲ ਜੁੜ ਕੇ ਇੰਨੇ ਕੁ ਸੁਚੇਤ ਹੁੰਦੇ ਨੇ, ਉਹਨਾਂ ਨੂੰ ਸਭ ਪਤਾ ਕਿਵੇਂ ਜਵਾਬ ਦੇਣਾ। ਇਹ ਤਾਂ ਹੁਣ ਸਿੱਖਿਆ ਧੰਨ ਗੁਰੂ ਨਾਨਕ ਦੇ ਮਹਾਰਾਜ ਤੋਂ ਪ੍ਰਾਪਤ ਕੀਤੀ ਹੈ, ਕਿਵੇਂ ਜਵਾਬ ਦੇਣਾ। ਤੇ ਗੁਰੂ ਸਾਹਿਬ ਨੇ ਉਲਟਾ, ਜਦੋਂ ਦਾਤੂ ਨੇ ਲੱਤ ਮਾਰੀ, ਲੱਤ ਨੂੰ ਘੁੱਟਣਾ ਸ਼ੁਰੂ ਕਰਤਾ, ਜਾਣੀ ਕਿ ਲੱਤ ਨੂੰ ਨੱਪਣਾ ਸ਼ੁਰੂ ਕਰਤਾ। ਓਹੋ, ਮੇਰੇ ਪੁੱਤ ਦੀ ਲੱਤ ਤੇ ਸੱਟ ਨਾ ਵੱਜੀ ਹੋਵੇ, ਮੇਰੇ ਸਰੀਰ ਦੇ ਬੁਢੇਪੇ ਦੇ ਵਿੱਚ ਪਹੁੰਚੀ ਹੋਈ ਅਵਸਥਾ ਦੇ ਅੰਗ, ਹੱਡੀਆਂ ਲੱਕੜ ਵਰਗੀਆਂ ਹੋ ਗਈਆਂ। ਤੇ ਪੁੱਤ ਦੇਖ, ਤੇਰਾ ਤਨ ਕੋਮਲਾ ਨਰਮਾ, ਮੈਨੂੰ ਪੱਕਾ ਪਤਾ ਤੈਨੂੰ ਸੱਟ ਲੱਗੀ ਹੋਣੀ ਆ, ਸੱਟ ਮੈਨੂੰ ਨਹੀਂ ਲੱਗੀ, ਤੈਨੂੰ ਲੱਗੀ ਹੋਣੀ ਆ। ਹੁਣ ਕਿੱਡੀ ਵੱਡੀ ਗੱਲ ਕਹਿਤੀ ਗੁਰੂ ਸਾਹਿਬ ਨੇ, ਪੁੱਤ ਸੱਟ ਤੈਨੂੰ ਲੱਗੀ ਆ, ਮੈਨੂੰ ਨਹੀਂ। ਇੱਕ ਤਾਂ ਦੁਨਿਆਵੀ ਸੱਟ ਦੀ ਗੱਲ ਹੋ ਗਈ, ਬਾਹਰੀ ਤੌਰ ਤੇ ਸਰੀਰਕ ਪੀੜ ਦੀ ਗੱਲ ਹੋ ਗਈ। ਇੱਕ ਇਸ਼ਾਰਾ ਕੀ ਆ ਵੀ ਇਹ ਗੱਦੀ ਕੋਈ ਕਿਸੇ ਦੀ ਆਪਣੀ ਜੰਗੀਰ ਨਹੀਂ ਹੈ, ਇਹ ਤਾਂ ਗੁਣਾਂ ਦੇ ਆਧਾਰ ਤੇ ਗੁਰੂ ਨਾਨਕ ਸਾਹਿਬ ਨੇ ਬਖਸ਼ੀ ਆ, ਗੁਣਾਂ ਦੇ ਆਧਾਰ ਤੇ ਬਖਸ਼ੀ ਆ ਨਾ। ਇੱਕ ਉਹ ਇਸ਼ਾਰਾ ਹੋ ਗਿਆ ਵੀ ਤੈਨੂੰ ਤਕਲੀਫ ਜ਼ਿਆਦਾ, ਸਾਨੂੰ ਕੋਈ ਤਕਲੀਫ ਨਹੀਂ। ਅਸੀਂ ਕਿਸੇ ਮੋਹ ਜੰਜਾਲ ਦੇ ਵਿੱਚ ਫਸ ਕੇ ਨਾ ਇਹ ਗੱਦੀ ਦੇ ਵਾਰਸ ਨਹੀਂ ਬਣੇ। ਇਹ ਤਾਂ ਗੁਰੂ ਨਾਨਕ ਸਾਹਿਬ ਨੇ ਗੁਣ ਵੇਖੇ, ਗੁਣਾਂ ਦੇ ਆਧਾਰ ਤੇ ਜ਼ਿੰਮੇਵਾਰੀ ਲਈ ਆ। ਇਹ ਤਾਂ ਜ਼ਿੰਮੇਵਾਰੀ ਦੀ ਪੰਡ ਆ, ਇਹ ਕੋਈ ਰਸ ਥੋੜੀ ਆ। ਇੱਕ ਉਹ ਇਸ਼ਾਰਾ ਹੋ ਗਿਆ ਵੀ ਤੈਨੂੰ ਪੀੜ ਜ਼ਿਆਦਾ, ਸਾਨੂੰ ਪੀੜ ਨਹੀਂ ਲੱਗੀ। ਤੇ ਦਾਤੂ ਨੂੰ ਇੱਥੋਂ ਵਾਪਸ ਮੁੜਨਾ ਔਖਾ ਹੋ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਨੇ
ਮਿੱਠੇ ਜੇ ਪਿਆਰੇ ਜੇ ਲਫ਼ਜ਼ਾਂ ਦੇ ਵਿੱਚ ਆ ਗੱਲ ਕਹੀ, ਪੁੱਤ ਪੀੜ ਤੈਨੂੰ ਲੱਗੀ ਆ, ਸਾਨੂੰ ਨਹੀਂ ਲਾ, ਮੈਂ ਤੇਰੀ ਲੱਤ ਘੁੱਟਦਾ। ਉਲਟਾ ਗੁਰੂ ਸਾਹਿਬ ਨੇ ਲੱਤ ਘੁੱਟਣੀ ਸ਼ੁਰੂ ਕੀਤੀ ਆ। ਜਿਹੜੇ ਹੁਣ ਦਾਤੂ ਨਾਲ ਵਿਰੋਧੀ ਚੜ ਕੇ ਆਏ ਸੀ, ਉਹਨਾਂ ਨੂੰ ਵੀ ਮੂੰਹ ਦੀ ਖਾਣੀ ਪਈ ਤੇ ਦਾਤੂ ਨੂੰ ਵੀ ਮੂੰਹ ਦੀ ਖਾਣੀ ਪਈ। ਤਾਈਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਿਮਰਤਾ ਦੇ ਪੁੰਜ ਕਿਹਾ ਜਾਂਦਾ ਹੈ। ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਪੱਤਿਆਂ ਦੀ ਪੱਤ, ਨਗਤਿਆਂ ਦੀ ਗਤ। 12 ਬਖਸ਼ਿਸ਼ਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੀਤੀਆਂ। ਬਖਸ਼ਿਸ਼ਾਂ ਤੇ ਬਖਸ਼ਿਸ਼ ਜਿਹੜੀ ਬਾਬੇ ਨਾਨਕ ਦੇ ਘਰੋਂ ਹੁੰਦੀ ਆ ਨਾ, ਇਹ ਦੁਨੀਆ ਦੇ ਕਿਸੇ ਕੋਨੇ ਚੋਂ ਮੁੱਲ ਨਹੀਂ ਮਿਲਦੀ। ਇਹ ਜ਼ਰੂਰ ਧਿਆਨ ਰੱਖਣਾ। ਵਾਹਿਗੁਰੂ ਭਲਾ ਕਰੇ। ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੱਲ ਕੀਤੀ ਆ ਕਿਹੜੀ ਵੀ, ਤਾਂ ਗੁਰੂ ਨਾਨਕ ਸਾਹਿਬ ਨੇ ਨਾ ਗੁਣਾਂ ਦੇ ਆਧਾਰ ਤੇ ਬਖਸ਼ਿਸ਼ ਕੀਤੀ ਆ, ਜ਼ਿੰਮੇਵਾਰੀ ਗੁਣਾਂ ਦੇ ਆਧਾਰ ਤੇ। ਤੇ ਕੱਲ ਆਪਾਂ ਸੁਣਿਆ ਸੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਾ ਆਪਣੇ ਵੱਲੋਂ ਆਪਣੇ ਸਮੇਂ ਦੇ ਦੌਰਾਨ 22 ਮੰਜੀਆਂ ਤੇ 52 ਪੀੜੇ ਸਥਾਪਿਤ ਕੀਤੇ। ਜਿਹੜੀ ਗੁਣਾਂ ਦੇ ਆਧਾਰ ਤੇ ਗੱਲ ਕੀਤੀ ਆ, ਇਹ ਜਿਹੜੇ 22 ਮੰਜੀਆਂ ਵਾਲੇ ਨੇ ਨਾ, ਇਹ ਬਹੁਤ ਹੀ ਤਜਰਬੇਕਾਰ ਤੇ ਗੁਰੂ ਨਾਨਕ ਸਾਹਿਬ ਨੂੰ ਦਿਲੋਂ ਪਿਆਰ ਕਰਨ ਵਾਲੇ ਮਨੁੱਖ ਨੇ, ਜਿਨ੍ਹਾਂ ਦੀ ਡਿਊਟੀ ਬਾਬੇ ਨਾਨਕ ਦੇ ਘਰ ਵੱਲੋਂ ਬੋਲਣ ਤੇ ਪ੍ਰਚਾਰ ਕਰਨ ਤੇ ਲਾਈ ਹੈ। ਜਾਓ ਤੁਸੀਂ ਪਿੰਡਾਂ ਜਾਓ। ਇੱਕ ਗੁਰੂ ਅਮਰਦਾਸ ਮਹਾਰਾਜ ਨਾ ਅੰਨੇ ਦੇ ਥੇ ਹੀ ਨਹੀਂ, ਮਤਲਬ ਮੰਜੀਆਂ ਵੰਡਤੀਆਂ, ਜਾਨੀ ਕਿ ਇਹ ਅਹੁਦੇਦਾਰੀਆਂ ਵੰਡਤੀਆਂ, ਜ਼ਿੰਮੇਵਾਰੀਆਂ ਵੰਡਤੀਆਂ। ਕਿਸੇ ਲੋਭ, ਕਿਸੇ ਲਾਲਚ, ਕਿਸੇ ਨੋਟ, ਕਿਸੇ ਵੋਟ ਦੇ ਆਧਾਰ ਤੇ ਨਹੀਂ। ਇਹ ਤਾਂ ਨਾ ਗੁਣਾਂ ਦੇ ਆਧਾਰ ਤੇ ਮੰਜੀਆਂ ਬਖਸ਼ੀਆਂ। ਮੰਜੀ ਤੋਂ ਭਾਵ ਹੁੰਦਾ ਮੋਢੀ ਮਨੁੱਖ, ਜ਼ਿੰਮੇਵਾਰ ਮਨੁੱਖ, ਜਿਹੜਾ ਜ਼ਿੰਮੇਵਾਰੀ ਦੀ ਪੰਡ ਚੱਕ ਲੇ। ਹਰੇਕ ਨੂੰ ਤਾਂ ਜ਼ਿੰਮੇਵਾਰੀ ਵੀ ਨਹੀਂ ਦਿੱਤੀ ਜਾਂਦੀ। ਜ਼ਿੰਮੇਵਾਰੀ ਉਸੇ ਨੂੰ ਦਿੱਤੀ ਜਾਂਦੀ ਹੈ ਜੋ ਜ਼ਿੰਮੇਵਾਰੀ ਨਿਭਾ ਸਕੇ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਮਿਸ਼ਨ ਆ। ਜਿਹੜਾ ਵਿਅਕਤੀ ਜ਼ਿੰਮੇਵਾਰੀ ਨਿਭਾ ਸਕਦਾ, ਬਾਬਾ ਨਾਨਕ ਉਹਦੇ ਸਿਰ ਤੇ ਬਾਬੇ ਨਾਨਕ ਨੇ ਆਪਣੇ ਘਰ ਦੇ ਕਾਰੋਬਾਰਾਂ ਦੀ ਪੰਡ ਰੱਖਤੀ, ਉਸੇ ਦੇ ਸਿਰ ਤੇ, ਹਰੇਕ ਦੇ। ਇੱਥੋਂ ਕਾਫੀ ਗੱਲਾਂ ਸਿੱਧ ਹੁੰਦੀਆਂ ਨੇ। ਮਾਲਕ ਭਲੀ ਕਰੇ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਥਾਏ ਆਪਾਂ ਨੂੰ ਪਤਾ, ਸ਼ਿਕਾਇਤ ਕੀਤੀ ਵਿਰੋਧੀ ਧਿਰ ਨੇ। ਕਿੱਥੇ ਸ਼ਿਕਾਇਤ ਕੀਤੀ ਆ? ਅਕਬਰ ਕੋਲ। ਜਿਹੜਾ ਭਾਈ ਗੋਇੰਦਾ ਸੀ ਨਾ, ਜੀ ਤੋਂ ਜ਼ਮੀਨ ਇਹ ਗੋਬਿੰਦਵਾਲ ਵਾਲੀ ਮੁੱਲ ਖਰੀਦੀ ਆ, ਤੇ ਭਾਈ ਗੋਇੰਦੇ ਦਾ ਮੁੰਡਾ ਸੀ, ਉਹਨੂੰ ਵੀ ਵਿਰੋਧੀਆਂ ਨੇ ਨਾਲ ਜੋੜ ਲਿਆ। ਕਿਉਂ ਵਿਰੋਧੀਆਂ ਦਾ ਕੰਮ ਹੁੰਦਾ, ਇਹਨਾਂ ਨੇ ਕਿਤੇ ਉੱਥੇ ਜਾ ਵੜਨਾ, ਕਿਤੇ ਉੱਥੇ ਜਾ ਵੜਨਾ, ਕਦੇ ਉੱਥੇ ਜਾ ਵੜਨਾ। ਇਹ ਲਾਲਚੀ ਕੁੱਤੇ ਵਾਂਗ ਨਾ ਟਿਕਦੇ ਨਹੀਂ ਹੁੰਦੇਗੇ। ਤੇ ਜਿਹੜਾ ਰੱਬ ਦਾ ਪਿਆਰਾ ਹੁੰਦਾ, ਉਹ ਟਿਕਾ ਚ ਹੁੰਦਾ, ਬਿਲਕੁਲ ਸ਼ਾਂਤ ਹੁੰਦਾ। ਉਹਦੀ ਜ਼ਿੰਦਗੀ ਚ ਇਸ ਤਰ੍ਹਾਂ ਦਾ ਪੱਖ ਨਹੀਂ ਹੁੰਦਾ। ਉਹਦੀ ਮਾਲਕ ਤੇ ਡੋਰ ਹੁੰਦੀ ਆ, ਪ੍ਰਭ ਡੋਰੀ ਹਾਥ ਤੁਮਾਰੇ। ਹੁਣ ਇਹਨਾਂ ਵਿਰੋਧੀਆਂ ਨੇ ਗੋਇੰਦੇ ਦੇ ਮੁੰਡੇ ਨੂੰ ਲੈਤਾ, ਨਾਲ ਆਪ ਰਲੇ, ਨਾਲ ਹੋਰਾਂ ਨੂੰ ਇਧਰੋਂ ਉਧਰੋਂ ਇਕੱਠੇ ਕਰਕੇ ਅਕਬਰ ਦੇ ਦਰਬਾਰ ਵੱਲ ਇੱਕ ਚਿੱਠੀ ਘੱਲੀ ਆ, ਸ਼ਿਕਾਇਤ। ਉਹਦੇ ਚ ਲਿਖਿਆ ਕੀ ਆ? ਵੇਖੋ ਜੀ, ਇਹ ਤਾਂ ਦਿਨੋਂ ਦਿਨ ਨਾ ਵੱਧਦੀ ਤੁਰੇ ਜਾਂਦੇ ਨੇਗੇ। ਇਹ ਗੀਤਾ ਦੇ ਵੀ ਉਲਟ, ਇਹ ਕੁਰਾਨ ਦੇ ਵੀ ਉਲਟ, ਇਹ ਸਾਡੀਆਂ ਸਾਰੀਆਂ ਰਸਮਾਂ ਦੇ ਉਲਟ। ਇਹ ਮੂਰਤੀ ਪੂਜਾ ਦਾ ਖੰਡਨ ਕਰਦੇ ਨੇ, ਕਬਰਾਂ ਦਾ ਖੰਡਨ ਕਰਦੇ ਨੇ। ਮਤਲਬ ਜੋ ਵੀ ਆਪਣੇ ਵੱਲੋਂ ਉਹਨਾਂ ਤੋਂ ਲਿਖਿਆ ਗਿਆ, ਇਹਦੇ ਵਿੱਚ ਲਿਖਤਾ, ਕੰਨ ਭਰਤੇ ਪੂਰੇ। ਕਿਉਂਕਿ ਜਿਹਨੇ ਸ਼ਿਕਾਇਤ ਕਰਨੀ ਹੈ ਨਾ, ਜੇ ਮਾਮੂਲੀ ਜੀ, ਵੈਸੇ ਗੱਲ ਤਾਂ ਕੋਈ ਹੈ ਹੀ ਨਹੀਂ ਨਾ। ਇਹਨਾਂ ਨੇ ਤਾਂ ਲੈ ਧੱਕੇ ਨਾਲ ਹੀ ਗੋਇੰਦੇ ਨੂੰ ਆਪਦੇ ਮਗਰ ਲਾ ਕੇ ਨਾ ਜ਼ਮੀਨ ਖਰੀਦ ਕੇ ਲੈ ਉਹਦੇ ਵਿੱਚ ਬਹਿ ਗਏ, ਧੱਕੇ ਨਾਲ ਹੀ ਬਹਿ ਗਏ। ਇਹ ਨਿੱਕਾਂ ਜਾਤਾਂ ਵਾਲਿਆਂ ਨੂੰ, ਵੱਡੀਆਂ ਜਾਤਾਂ ਵਾਲਿਆਂ ਨੂੰ, ਸਾਰਿਆਂ ਨੂੰ ਇਕੱਠੇ ਕਰਕੇ ਇੱਕ ਲੰਗਰ 'ਚ ਬਹਾ ਲੈਂਦੇ ਨੇ। ਇਹਨਾਂ ਦੀ ਇੱਕ ਰਸੋਈ, ਇੱਕ ਲੰਗਰ, ਜਾਨੀ ਕਿ
ਇੱਕ ਥਾਂ ਤੋਂ ਹੀ ਪਾਣੀ ਭਰੀ ਜਾਂਦੇ ਨੇ। ਇਹ ਤਾਂ ਜੋ ਸਾਡੀਆਂ ਪਰੰਪਰਾਵਾਂ ਨੇ, ਪੁਰਾਤਨ ਮਰਜ਼ਾਦਾ ਨਾ, ਉਹਦੇ ਉਲਟ ਨੇ। ਜੀ ਸਾਨੂੰ ਇਸ ਗੱਲ ਦਾ ਦੁੱਖ ਆ, ਇਸ ਗੱਲ ਦੀ ਇਨਕੁਆਇਰੀ ਕਰੋ ਤੇ ਇਹਨਾਂ ਨੂੰ ਇੱਥੋਂ ਡੱਕਰੋ। ਆਹ ਪੁਆਇੰਟ ਲਿਖਿਆ, ਇਹਨੂੰ ਡੱਕਰ ਦੋ। ਦੇਖੋ ਜਿਹੜਾ ਸੱਚ ਬੋਲਦਾ ਉਹਦੇ ਪਰਥਾਏ ਕੀ ਹੁੰਦਾ, ਇਹਨਾਂ ਨੂੰ ਡੱਕਰੋ। ਦੇਖੋ ਕਿੰਨੀ ਘਟੀਆ ਗੱਲ ਆ। ਤੇ ਗੁਰੂ ਅਮਰਦਾਸ ਮਹਾਰਾਜ ਦਾ ਤਾਂ ਇਹ ਸੁਭਾਅ ਹੀ ਨਹੀਂ ਵੀ ਉਹ ਕਿਸੇ ਦੇ ਖਿਲਾਫ ਬੋਲਦੇ ਨੇ। ਉਹ ਤਾਂ ਜੇ ਦਾਤੂ ਲੱਤ ਮਾਰ ਕੇ ਗਿਆ ਨਾ, ਉਲਟਾ ਦਾਤੂ ਦੀ ਲੱਤ ਘੁੱਟਣੀ ਸ਼ੁਰੂ ਕਰਤੀ। ਕੀ ਕਿਹਾ? ਪੁੱਤ ਤੇਰੇ ਸੱਟ ਲੱਗੀ ਹੋਣੀ ਆ, ਸਾਡੇ ਸੱਟ ਨਹੀਂ ਲੱਗੀ, ਤੇਰੇ ਪੀੜ ਹੋਈ ਹੋਣੀ ਆ। ਇੱਥੋਂ ਸਿੱਧ ਹੋ ਗਿਆ ਗੁਰੂ ਅਮਰਦਾਸ ਮਹਾਰਾਜ ਤਾਂ ਇੰਨੇ ਨਰਮ ਨੇ, ਤੇ ਜਿਹੜੀਆਂ ਗੱਲਾਂ ਨੇ ਲਿਖੀਆਂ ਐਂ ਕਰਦੇ ਨੇ, ਐਂ ਕਰਦੇ ਨੇ, ਉਹ ਚ ਤਾਂ ਹੈ ਹੀ ਕੁਛ ਨਹੀਂਗਾ। ਚਲੋ ਉਸ ਟਾਈਮ ਤੇ ਕਹਿੰਦੇ ਅਕਬਰ ਲਾਹੌਰ ਆਇਆ ਹੋਇਆ ਸੀ, ਲਾਹੌਰ ਆਇਆ ਹੋਇਆ ਸੀ। ਤੇ ਅਕਬਰ ਕਹਿੰਦਾ ਵੀ ਚਲੋ ਚਿੱਠੀ ਤਾਂ ਪੜ੍ਹ ਲਈ, ਕਹਿੰਦਾ ਚਲੋ ਮੈਂ ਕਿਸੇ ਦੀ ਡਿਊਟੀ ਲਾਉਣ ਦੀ ਬਜਾਏ ਨਾ ਮੈਂ ਆਪ ਹੀ ਜਾ ਕੇ ਆਉਂਗਾ, ਸਾਰਾ ਕੁਛ ਆਪ ਹੀ ਦੇਖੂ ਜਾ ਕੇ ਵੀ ਜੋ ਇਹ ਕਰ ਰਹੇ ਨੇਗੇ, ਜੋ ਕਹਿ ਰਹੇ ਨੇ। ਹੁਣ ਅਕਬਰ ਦੇ ਵਿੱਚ ਕਹਿੰਦੇ ਨਾ ਇਹ ਇੱਕ ਗੁਣ ਸੀ, ਅਕਬਰ ਦੇ ਵਿੱਚ ਨੇ ਗੁਣ ਸੀ, ਉਹ ਚੰਗਾ ਲੀਡਰ ਸੀ। ਇੱਕ ਚੰਗਾ ਕਿੰਨਾ ਕੁ ਸੀ, ਮਤਲਬ ਉਹ ਜਿਹੜੀ ਵੀ ਉਹਦੇ ਕੋਲੇ ਸ਼ਿਕਾਇਤ ਜਾਂਦੀ, ਕੋਈ ਕੰਮ ਕਰਨਾ ਹੁੰਦਾ, ਉਹ ਦੁਨੀਆ ਦੇ ਵਿੱਚ ਆਪ ਆਉਂਦਾ ਚੱਲ ਕੇ। ਪਹਿਲਾਂ ਉਹਦੀ ਇਨਕੁਆਇਰੀ ਖੁਦ ਕਰਦਾ ਸੀ, ਉਹ ਕਿਸੇ ਤੇ ਗੱਲ ਨਹੀਂ ਸੀ ਛੱਡਦਾ। ਇਹ ਗੁਣ। ਨੰਬਰ 2, ਉਹ ਲਾਈ ਲੱਗ ਨਹੀਂ ਸੀਗਾ। ਨਹੀਂ ਜ਼ਿਆਦਾਤਰ ਜਿਹੜੇ ਨੇਤਾ ਲੋਕ ਹੁੰਦੇ ਨੇ, ਲੀਡਰ ਲੋਕ ਹੁੰਦੇ ਨੇ, ਇਹ ਲਾਈ ਲੱਗ ਹੁੰਦੇ ਨੇ। ਇਹਨਾਂ ਦੇ ਜਿਵੇਂ ਮਰਜ਼ੀ ਕੰਨ ਭਰ ਦੋ, ਇਹ ਉਵੇਂ ਹੀ ਮੰਨ ਲੈਂਦੇ ਨੇ, ਜਿਵੇਂ ਮਰਜ਼ੀ, ਉਹ ਆਪਣੀ ਮਰਜ਼ੀ ਆ। ਇੱਕ ਤਾਂ ਅਕਬਰ ਵਿੱਚ ਇਹ ਗੁਣ ਸੀ, ਇਹ ਲਾਈ ਲੱਗ ਨਹੀਂ ਸੀ, ਤੇ ਇੱਕ ਉਹਦੇ ਚ ਗੁਣ ਸੀ ਵੀ ਇਹ ਨਾ ਖੁਦ ਆਪ ਇਨਕੁਆਇਰੀ ਕਰਦਾ ਸੀ, ਖੁਦ ਆਪ। ਇਹ ਲਾਹੌਰ ਪਹੁੰਚਿਆ ਹੋਇਆ ਸੀ, ਉਹ ਸ਼ਿਕਾਇਤ ਵਾਲੀ ਚਿੱਠੀ ਇਹਦੇ ਤੱਕ ਅੱਪੜ ਗਈ, ਤੇ ਇਹਨੇ ਸੋਚਿਆ ਵੀ ਚਲੋ ਮੈਂ ਕਿਸੇ ਦੀ ਡਿਊਟੀ ਲਾਉਣ ਦੀ ਬਜਾਏ ਆਪ ਹੀ ਗੋਇੰਦਵਾਲ ਸਾਹਿਬ ਜਾਇਆ ਉਹਨਾਂ, ਕਿਹੜਾ ਬਾਹਲੀ ਦੂਰ ਆ। ਅਕਬਰ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਆਪ ਆਏ ਸੀ, ਚੱਲ ਕੇ ਆਪ ਚੱਲ ਕੇ ਆਏ ਨੇ। ਤੇ ਆਪ ਆ ਕੇ ਨਾ ਉਹਨਾਂ ਨੇ ਜੋ ਕੁਝ ਵੇਖਿਆ, ਇੰਨੇ ਖੁਸ਼ ਹੋਏ, ਇੰਨੇ ਖੁਸ਼ ਹੋਏ, ਕਿੰਨੇ ਕੁ ਖੁਸ਼ ਹੋਏ ਨੇ। ਉਲਟਾ ਵਿਰੋਧੀ ਧਿਰ ਦੇ ਜਿਹੜੇ ਲੋਕ ਸੀ, ਜਿਨ੍ਹਾਂ ਨੇ ਚਿੱਠੀ ਲਿਖੀ ਸੀ, ਉਹਨਾਂ ਨੂੰ ਝਾੜ ਪਾਈ, ਝਿੜਕਿਆ, ਘੂਰਿਆ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਾ ਜਾਂਦੇ ਹੋਏ ਆਪਣੇ ਵੱਲੋਂ ਕਹਿੰਦੇ, ਜੋ ਕੁਝ ਚਾਹੀਦਾ ਸਾਡੇ ਲਾਇਕ ਸੇਵਾ ਦੱਸੋ। ਤੇ ਗੁਰੂ ਸਾਹਿਬ ਨੇ ਹੱਥ ਬੰਨੇ ਸੀ ਵੀ ਨਹੀਂ, ਸਾਨੂੰ ਕੁਝ ਨਹੀਂ ਚਾਹੀਦਾ, ਕਿਉਂਕਿ ਸੰਗਤ ਦੀ ਮਾਇਆ, ਸੰਗਤ ਆਪਣੇ ਵੱਲੋਂ ਜੋ ਜੋ ਭੇਟਾ ਲੈ ਕੇ ਆਉਂਦੀ ਆ, ਤੇ ਸੰਗਤ ਦੀ ਭੇਟਾ ਨਾਲ ਇਹ ਨਾਨਕ ਦੇ ਘਰ ਦਾ ਕੰਮ ਚੱਲਦਾ, ਕਾਰਜ ਹੁੰਦੇ ਨੇ। ਅਸੀਂ ਇੱਕ ਕੋਲੋਂ ਨਹੀਂ ਕੋਈ ਲੈਣਾ, ਇਹ ਮਰਜ਼ਾਦਾ ਨਹੀਂ ਹੈ, ਮਰਜ਼ਾਦਾ ਸਮੁੱਚੀ ਸੰਗਤ ਤੋਂ ਲੈਣਾ। ਤਾਈਓ ਅੱਜ ਕਿਹਾ ਜਾਂਦਾ ਨਾ ਵੀ ਭਾਈ ਹਿੱਸਾ ਪਾਓ, ਭਾਵੇਂ 5 ਪਾਓ, ਭਾਵੇਂ 50 ਪਾਓ, ਕਿਉਂਕਿ ਨਾਨਕ ਦੇ ਘਰ ਦੀ ਮਰਜ਼ਾਦਾ। ਤੇ ਨਹੀਂ ਤਾਂ ਇੰਨੇ ਅਮੀਰ ਲੋਕ ਬੈਠੇ ਨੇ, ਇੱਕ ਬੰਦਾ ਖੁਦ ਹੀ ਕੰਮ ਕਰਵਾ ਸਕਦਾ। ਗੁਰੂ ਨਾਨਕ ਸਾਹਿਬ ਦੇ ਘਰ ਦਾ ਨਾ ਇੱਕੋ ਹੀ ਬੰਦਾ ਕਰਵਾ ਸਕਦਾ, ਪਰ ਉਹਦੇ ਚ ਵੱਡੇ ਛੋਟਿਆਂ ਦੀ ਸਾਰਿਆਂ ਦੀ ਸੇਵਾ ਵਿੱਚ ਆ ਜੇ। ਇਹ ਗੁਰੂ ਅਮਰਦਾਸ ਮਹਾਰਾਜ ਨੇ ਅਕਬਰ ਨੂੰ ਗੱਲ ਕਹੀ। ਪਰ ਧਿਆਨ ਦਿਓ, ਅਕਬਰ ਨੇ ਇੱਥੇ ਖੁਸ਼ ਹੋ ਕੇ ਨਾ ਜਾਂਦਿਆਂ ਹੋਇਆਂ ਬੀਬੀ ਭਾਨੀ ਦੇ ਨਾਂ ਜ਼ਮੀਨ ਕੱਟ ਗਿਆ, ਕਈ ਬਿੱਗੇ, ਕਈ ਕਿੱਲੇ ਕਹ ਲੋ। ਤੇ ਜਿਹੜੀ ਜ਼ਮੀਨ ਅੱਜ ਵੀ ਬੀਬੀ ਭਾਨੀ ਦੇ ਨਾਂ ਕਹਿੰਦੇ ਬੋਲਦੀ ਆ, ਅੱਜ ਵੀ ਬੀਬੀ ਭਾਨੀ ਦੇ ਨਾਂ ਉਹ ਜ਼ਮੀਨ ਬੋਲ ਰਹੀ ਆ। ਤੇ ਚੇਤਾ ਰੱਖਿਓ, ਅਕਬਰ ਦੇ ਨਾਲ ਨਾ ਗੁਰੂ ਸਾਹਿਬ ਜੀ ਦੀ 3 ਵਾਰਾਂ ਵਿਚਾਰ ਮੰਨੀ ਜਾਂਦੀ ਆ, ਕਿਸੇ ਨੇ 2 ਵਾਰਾਂ ਵੀ ਲਿਖੀ ਆ, ਕਿਉਂਕਿ ਵਿਰੋਧੀਆਂ ਨੇ ਤਾਂ ਬਾਰ-ਬਾਰ ਸ਼ਿਕਾਇਤਾਂ ਕਰਨੀਆਂ ਹੁੰਦੀਆਂ ਨਾ। ਪਰ ਅਕਬਰ ਦੇ ਨਾਲ 2 ਜਾਂ 3, ਕਿੰਨੇ ਵਾਰੀ ਕਹਿ ਲੋ, ਜਿੰਨੇ ਵਾਰੀ ਵਿਚਾਰ ਹੋਈ ਆ, ਤੇ ਓਨੇ ਵਾਰੀ ਹੀ ਗੁਰੂ ਨਾਨਕ ਸਾਹਿਬ ਦੇ ਘਰ ਦੀ ਜਿੱਤ ਹੋਈ ਆ।
ਇੱਥੇ ਇੱਕ ਪੁਆਇੰਟ ਹੋਰ ਆ ਜਿਹੜੀ ਕਿ ਅੱਜ ਸਾਨੂੰ ਬਹੁਤ ਹੀ ਧਿਆਨ ਦੇਣ ਯੋਗ ਗੱਲ ਆ। ਉਹ ਸਾਨੂੰ ਗੁਰੂ ਨਾਨਕ ਸਾਹਿਬ ਦੀ ਤੀਜੀ ਜੋਤ ਦੇ ਇਤਿਹਾਸ ਵਿੱਚੋਂ ਮਿਲਦੀ ਆ। ਜਦੋਂ ਅਕਬਰ ਗੋਬਿੰਦਵਾਲ ਸਾਹਿਬ ਆਇਆ ਨਾ, ਗੁਰੂ ਅਮਰਦਾਸ ਮਹਾਰਾਜ ਕੋਲੇ ਸੁਨੇਹਾ ਲੱਗ ਗਿਆ। ਇਹ ਪਹਿਲਾ ਪੁਆਇੰਟ ਸੀ, ਆਪਾਂ ਨਹੀਂ ਬੋਲੇ, ਚਲੋ ਮਾਫ ਕਰਨਾ। ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਸੁਨੇਹਾ ਲੱਗ ਗਿਆ ਨਾ ਵੀ ਅਕਬਰ ਆ ਗਿਆ, ਪਾਤਸ਼ਾਹ ਅਕਬਰ ਆਇਆਗਾ, ਕੋਈ ਉਹਦੇ ਲਈ ਖਾਣ ਪੀਣ ਦਾ ਬੰਦੋਬਸਤ, ਕੋਈ ਕਿਸੇ ਤਰ੍ਹਾਂ ਦਾ ਹੋਰ ਪ੍ਰਬੰਧ। ਤੇ ਉਸ ਟਾਈਮ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕੀ ਕਿਹਾ ਸੀ, ਜਿੱਥੇ ਸੰਗਤ ਬੈਠੀ ਭੋਜਨ ਛਕਦੀ ਆ ਲੰਗਰ ਦੇ ਵਿੱਚ, ਉੱਥੇ ਅਕਬਰ ਨੂੰ ਬਹਾ ਦਿਓ। ਅਕਬਰ ਨੂੰ ਕਿਹੜਾ ਕੋਈ ਸਪੈਸ਼ਲ ਖਾਣਾ ਬਣਾਉਣਾ, ਆਪਾਂ ਕੋਈ VIP ਖਾਣਾ ਬਣਾਉਣਾ ਨਾ। ਪਹਿਲਾਂ ਅਕਬਰ ਨੂੰ ਸੁਨੇਹਾ ਲਾ ਦੋ ਵੀ ਸੰਗਤ ਵਾਹਿਗੁਰੂ ਪੰਗਤ ਵਿੱਚ ਚਲਾ ਜਾ, ਭੋਜਨ ਪਾਣੀ ਛਕ ਲਾ, ਤੇ ਬਾਅਦ ਵਿੱਚ ਸੰਗਤ ਵਿੱਚ ਆ ਜੀ। ਹੁਣ ਇਹ ਬਾਬੇ ਨਾਨਕ ਦੇ ਘਰ ਦੇ ਕੰਮ ਨੇ, ਇਹਨਾਂ ਕੰਮਾਂ ਨੂੰ ਦੇਖ ਕੇ ਅਕਬਰ ਬਹੁਤ ਖੁਸ਼ ਹੋਇਆ। ਇਹਨਾਂ ਕੰਮਾਂ ਨੂੰ ਦੇਖ ਕੇ ਵਾਹ ਜੀ ਵਾਹ। ਅਕਬਰ ਕਹਿੰਦਾ ਨਾ, ਅੱਜ ਤੱਕ ਮੈਨੂੰ ਆਨੰਦ ਘਰ ਦੇ ਵਿੱਚ ਰੋਟੀ ਖਾ ਕੇ ਨਹੀਂ ਆਇਆ ਜਿੰਨਾ ਆਨੰਦ ਆਮ ਲੋਕਾਂ ਦੇ ਵਿੱਚ ਬੈਠ ਕੇ ਤੇ ਬਾਬੇ ਨਾਨਕ ਦੇ ਘਰ ਦੇ ਲੰਗਰ ਵਿੱਚ ਬੈਠ ਕੇ ਆਨੰਦ ਆਇਆਗਾ। ਇਹ ਅਕਬਰ ਨੇ ਗੱਲ ਮੰਨੀ ਆ, ਤੇ ਭੁੰਜੇ ਬੈਠ ਕੇ ਪੰਗਤ ਚ ਅਕਬਰ ਨੇ ਰੋਟੀ ਖਾਧੀ ਆ, ਪ੍ਰਸ਼ਾਦਾ ਛਕਿਆ ਗੁਰੂ ਨਾਨਕ ਸਾਹਿਬ ਦੇ ਘਰ ਚ। ਇੱਥੋਂ ਇੱਕ ਛੋਟੀ ਜਿਹੀ ਸਿੱਖਿਆ ਹੋਰ ਮਿਲਦੀ ਆ। ਅੱਜ ਆਪਾਂ ਆਮ ਹੀ ਵੇਖਦੇ ਆਂ, ਪਿਆਰ ਵਾਲੋ, ਹੈ ਤਾਂ ਦੁੱਖ ਆ, ਹੈ ਤਾਂ ਦੁੱਖ ਆ ਨਾ ਵੀ ਅੱਜ ਨਾ ਆਪਾਂ ਚਾਹੇ ਕੋਈ ਆਮ ਆ ਤੇ ਚਾਹੇ ਕੋਈ ਖਾਸ ਆ, ਬਾਬੇ ਨਾਨਕ ਦੇ ਘਰੇ ਕੋਈ ਪੰਗਤ ਚ ਬਹਿ ਕੇ ਰੋਟੀ ਖਾਣ ਨੂੰ ਤਿਆਰ ਨਹੀਂ ਹੈਗਾ। ਇਹ ਅੱਜ ਦਾ ਬਹੁਤ ਵੱਡਾ ਦੁਖਾਂਤ ਆ। ਇਸ ਰੀਤੀ ਨੂੰ ਵੀ ਬੰਦ ਕਰਨ ਦੀ ਲੋੜ ਆ, ਰੌਲਾ ਪਾਉਣ ਦੀ ਲੋੜ ਆ। ਮਾਮੂਲੀ ਜਿਹਾ ਵਿਅਕਤੀ ਹੁੰਦਾ ਆਖੇ ਜੀ ਸਾਨੂੰ ਤਾਂ ਮੇਜ਼ ਕੁਰਸੀਆਂ ਲਾਏ ਤੋਂ ਬਿਨਾਂ ਰੋਟੀ ਸਵਾਦ ਹੀ ਨਹੀਂ ਲੱਗਦੀ। ਆ ਸਾਡੀ ਅੱਜ ਦੀ ਭਾਵਨਾ, ਮਾਲਕ ਕਿਰਪਾ ਕਰੇ ਅਸੀਂ ਬਚ ਗਏ ਇਸ ਪੁੱਠੀ ਮੱਤ ਤੋਂ, ਕਹਿ ਲੋ ਪੁੱਠੀ ਮਰਜ਼ਾਦਾ ਤੋਂ ਕਹਿ ਲੋ। ਪਰ ਦੁਨੀਆ ਦਾ ਬਾਦਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕ ਕੇ, ਉੱਥੇ ਇੱਕ ਗਰੀਬ ਵਿਅਕਤੀ ਬੈਠਾ, ਉੱਥੇ ਅਕਬਰ ਬੈਠਾ, ਇੱਕੋ ਜਿਹਾ ਭੋਜਨ ਆ ਰਿਹਾ ਗਾ, ਇੱਕੋ ਜਿਹਾ ਭੋਜਨ ਛਕ ਕੇ ਆਨੰਦ ਮਹਿਸੂਸ ਕੀਤਾ। ਕਿਉਂਕਿ ਖੁਦ ਹੀ ਬਾਣੀ 'ਚ ਲਿਖਿਆ ਨਾ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰੂ ਸਾਹਿਬ ਨੇ ਕਿਹਾ ਵੀ ਉਹ ਜਗ੍ਹਾ ਤਾਂ ਭਾਈ ਬੜੀ ਪਾਕ ਪਵਿੱਤਰ ਆ ਜਿੱਥੇ ਮੇਰੇ ਮਾਲਕ ਦੇ ਚਰਨ ਪੈ ਗਏ। ਬੜੀ ਪਾਕ ਪਵਿੱਤਰ ਆ ਨਾ ਜਿੱਥੇ ਮੇਰੇ ਵਾਹਿਗੁਰੂ ਦੇ ਮਾਲਕ ਦੇ ਚਰਨ ਪੈ ਗਏ। ਤੇ ਇਹ ਉਹ ਜਗ੍ਹਾ ਗਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਤੀਜੀ ਜੋਤ ਦੇ ਚਰਨ ਪਏ ਹੋਏ ਨੇ। ਤੇ ਇੱਥੇ ਭੋਜਨ ਸਵਾਦ ਭਲਾ ਕਿਉਂ ਨਾ ਲੱਗੇ, ਲੱਗਣੀ ਨਾ ਸਵਾਦ। ਫਿਰ ਗੁਰੂ ਪਾਤਸ਼ਾਹ ਦੀਆਂ ਵਿਚਾਰਾਂ ਸੁਣੀਆਂ, ਸੰਗਤ ਵਿੱਚ ਗਏ, ਬਾਣੀ ਸੁਣੀ ਅਕਬਰ ਨੇ, ਤੇ ਬਾਣੀ ਸੁਣ ਕੇ ਨਾ ਫੇਰ ਖੁਸ਼ ਹੋਇਆ। ਫਿਰ ਉਹ ਬੀਬੀ ਭਾਨੀ ਦੇ ਨਾਂ ਨਾਲ ਜਾਂਦਾ ਹੋਇਆ ਜ਼ਮੀਨ ਕੱਟ ਗਿਆ ਸੀ। ਤੇ ਵਿਰੋਧੀਆਂ ਨੂੰ ਇੱਥੇ ਵੀ ਮੂੰਹ ਦੀ ਖਾਣੀ ਪਈ, ਨੀਵਾਂ ਹੋਣਾ ਪਿਆ, ਝੁਕਣਾ ਪਿਆ, ਗਲਤੀ ਮੰਨਣੀ ਪਈ। ਗਲਤੀ ਸਾਡੀ ਆ, ਗਲਤੀ ਗੁਰੂ ਅਮਰਦਾਸ ਦੀ। ਇਹ ਤਾਂ ਅਸੀਂ ਸ਼ਿਕਾਇਤ ਕੀਤੀ ਸੀ। ਚਲੋ, ਕਹਿਣ ਤੋਂ ਭਾਵ ਗੁਰੂ ਪਾਤਸ਼ਾਹ ਦੇ ਘਰ ਦੀ ਮਰਜ਼ਾਦਾ ਵੇਖ ਕੇ ਅਕਬਰ ਭਾਈ ਖੁਸ਼ ਹੋਇਆ, ਤੇ ਖੁਸ਼ ਹੋ ਕੇ ਜਾਂਦਾ ਹੋਇਆ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦੀ ਉਪਮਾ ਵਡਿਆਈ ਕਰਕੇ ਗਿਆ। ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਇੰਨੀ ਕੁ ਵਡਿਆਈ ਆ, ਇੰਨੀ ਕੁ ਵਡਿਆਈ ਆ, ਦੁਨੀਆ ਦੇ ਵਿੱਚ ਤੇਰੀ ਵਡਿਆਈ ਵਰਗੀ ਹੋਰ ਕਿਸੇ ਦੀ ਵਡਿਆਈ ਹੈ ਹੀ ਨਹੀਂ। ਤੇਰੇ ਵਰਗਾ ਦੁਨੀਆ ਵਿੱਚ ਹੋਰ ਕੋਈ ਹੈ ਹੀ ਨਹੀਂ। ਆ ਲਫ਼ਜ਼ ਵੀ
ਅਕਬਰ ਬੋਲ ਕੇ ਗਿਆ, ਸ਼ਾਬਾਸ਼ੀ ਦੇ ਕੇ ਗਿਆ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਮਾਣ ਮਰਜ਼ਾਦਾ ਵੇਖ ਕੇ। ਚਲੋ ਹੁਣ ਇੱਥੇ ਗੁਰੂ ਪਾਤਸ਼ਾਹ ਨੇ ਬੋਹਲੀ ਲਵਾਈ, ਉਹਦੀ ਸ਼ਿਕਾਇਤ ਹੋਈ। ਲੰਗਰ ਪ੍ਰਥਾ ਸੀ, ਉਹਦੀ ਸ਼ਿਕਾਇਤ ਹੋਈ। ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਆਪਾਂ ਨੂੰ ਪਤਾ ਵੀ ਜੋ ਅੱਜ ਸਾਡੇ ਕੋਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੌਜੂਦ ਨੇ, ਤੇ ਪਹਿਲੋ ਪਹਿਲ ਪੋਥੀ ਦੇ ਰੂਪ ਚ ਨੇ। ਉਹ ਤੁਸੀਂ ਸਾਰੀ ਡਿਟੇਲ ਜਾਣਦੇ ਹੋ। ਗੁਰੂ ਨਾਨਕ ਸਾਹਿਬ ਨੇ ਭਗਤਾਂ ਦੀ ਬਾਣੀ ਇਕੱਤਰ ਕੀਤੀ, ਆਪਣੀ ਬਾਣੀ 19 ਰਾਗਾਂ ਦੇ ਵਿੱਚ ਦਰਜ ਕੀਤੀ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਬਾਣੀ ਆਪਣੀ ਵਿੱਚ ਰਚਿਤ ਕੀਤੀ, ਲਿਖੀ, ਤੇ ਇਹ ਪੋਥੀ ਦਾ ਰੂਪ ਕਾਫੀ ਵੱਡਾ ਹੋ ਗਿਆ। ਹੁਣ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ 19 ਰਾਗਾਂ ਦੇ ਵਿੱਚ ਆਪਣੀ ਬਾਣੀ ਅੰਕਿਤ ਕਰਵਾਈ ਹੈ। ਟੋਟਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਬਾਣੀ ਆ 907 ਸ਼ਬਦ ਨੇ 19 ਰਾਗਾਂ ਦੇ ਵਿੱਚ। ਤੇ ਪ੍ਰਮੁੱਖ ਬਾਣੀ ਜਿਹੜੀ ਅਸੀਂ ਰੋਜ਼ ਪੜ੍ਹਦੇ ਆ ਆਨੰਦ ਸਾਹਿਬ, ਤੇ ਆਨੰਦ ਸਾਹਿਬ ਦਾ ਪਾਠ ਨੇਮ ਦੇ ਵਿੱਚ ਵੀ ਸਿੱਖ ਕਰਦਾ ਰੋਜ਼। ਘਰ ਦੇ ਵਿੱਚ ਕੋਈ ਖੁਸ਼ੀ ਆ, ਘਰ ਦੇ ਵਿੱਚ ਭਾਵੇਂ ਕੋਈ ਗਮੀ ਆ, ਤੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਹਰ ਥਾਂ ਤੇ ਹੁੰਦਾ। ਜਿਹੜੇ ਗੁਰਮੁਖ ਪਿਆਰੇ ਆ ਨਾ, ਗੁਰੂ ਤੇ ਭਰੋਸਾ ਰੱਖਣ ਵਾਲੇ ਨੇ, ਘਰ ਦੇ ਵਿੱਚ ਕਿਸੇ ਕਾਰਜ ਦੀ ਆਰੰਭਤਾ ਕਰਨੀ ਆ, ਮੰਨ ਲਓ ਘਰ ਦੀ ਨੀਂਹ ਰੱਖਣੀ ਆ ਨਵੇਂ ਮਕਾਨ ਦੀ, ਉਹ ਸਾਰੀ ਕਰਨੀ ਆ, ਚਾਹੇ ਆਪ ਤੇ ਚਾਹੇ ਕਿਸੇ ਗੁਰਮੁਖ ਪਿਆਰੇ ਨੂੰ ਬੁਲਾ ਕੇ ਘਰ ਦੇ ਵਿੱਚ ਅਰਦਾਸ ਬੇਨਤੀ ਜਦੋਂ ਕਰਵਾਈ ਜਾਂਦੀ ਹੈ ਨਾ, ਤਾਂ ਉਦੋਂ ਵੀ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਹੁੰਦਾ। ਘਰ ਦੇ ਵਿੱਚ ਕੋਈ ਬੋਰ ਲਾਉਣਾ, ਫਿਰ ਵੀ ਆਪਾਂ ਇਹੀ ਮਰਜ਼ਾਦਾ ਮੰਨਦੇ ਹਾਂ। ਚਲੋ, ਕਹਿਣ ਤੋਂ ਭਾਵ ਗੁਰੂ ਅਮਰਦਾਸ ਮਹਾਰਾਜ ਜੀ ਦੀ ਪ੍ਰਮੁੱਖ ਬਾਣੀ, ਤੇ ਉਹ ਰੋਜ਼ ਨੇਮ ਦੇ ਵਿੱਚ ਪੜ੍ਹੀ ਜਾਂਦੀ ਹੈ, ਖੁਸ਼ੀ ਗਮੀ ਚ ਪੜ੍ਹੀ ਜਾਂਦੀ ਹੈ। ਇਹ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਹੈ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਾਫੀ ਵੱਡਾ ਪੋਥੀ ਨੂੰ ਰੂਪ ਦੇ ਦਿੱਤਾ। ਕੁਝ ਸਮਾਂ ਗੁਜ਼ਰਿਆ, ਕੁਝ ਟਾਈਮ ਗੁਜ਼ਰਨ ਤੋਂ ਬਾਅਦ ਵਿਰੋਧੀ ਧਿਰ ਨੂੰ ਟੇਕ ਨਹੀਂ ਹੈ। ਹੁਣ ਵਿਰੋਧੀ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਉਹ ਟਿਕਦੇ ਨਹੀਂ ਹੁੰਦੇਗੇ। ਉਹਨਾਂ ਨੇ ਕਦੇ ਕਿਤੇ ਕੋਈ ਹੱਥ ਪੈਰ ਮਾਰਨਾ, ਕਦੇ ਕਿਤੇ ਕੋਈ ਹੱਥ ਪੈਰ ਮਾਰਨਾ, ਵੀ ਕਦੇ ਤਾਂ ਮੌਕਾ ਮਿਲੇ ਨਾ ਆਪਾਂ ਇਹਨੂੰ ਫਸਾਈਏ, ਇਹਦੀ ਬੇਇੱਜ਼ਤੀ ਕਰਵਾਈਏ। ਪਰ ਸਿਆਣਿਆਂ ਨੇ ਇੱਕ ਬੜੀ ਵਧੀਆ ਗੱਲ ਕਹੀ ਆ, ਕਹਿੰਦੇ ਸੂਰਜ ਵੱਲ ਮੂੰਹ ਕਰਕੇ ਕੋਈ ਥੁੱਕੇ ਨਾ, ਵੀ ਕਵੇ ਮੈਂ ਸੂਰਜ ਦੀ ਬੇਇੱਜ਼ਤੀ ਕਰਦਾ। ਇੱਕ ਸਾਡੀ ਦੁਨੀਆ ਦਾ ਪੁਆਇੰਟ ਆ, ਕਿਸੇ ਦੀ ਬੇਇੱਜ਼ਤੀ ਕਰਨੀ ਆ, ਉਹਦੇ ਵੱਲ ਮੂੰਹ ਕਰਕੇ ਬੰਦਾ ਥੁੱਕ ਦਿੰਦਾ, ਤੇ ਜਿਹਦੇ ਵੱਲ ਮੂੰਹ ਕਰਕੇ ਥੁੱਕਿਆ ਨਾ, ਤੇ ਉਹ ਬੰਦਾ ਮਹਿਸੂਸ ਕਰਦਾ ਵੀ ਮੇਰੀ ਇਹਨੇ ਬੇਇੱਜ਼ਤੀ ਕੀਤੀ ਆ। ਇਹ ਸਾਡੀ ਦੁਨੀਆ ਦਾ ਸੁਭਾਅ ਰਿਵਾਜ ਹੈ ਇੱਕ। ਹੁਣ ਇਹ ਵਿਰੋਧੀ ਉਹ ਲੋਕ ਨੇ ਜਿਹੜੇ ਗੁਰੂ ਅਮਰਦਾਸ ਮਹਾਰਾਜ ਰੂਪੀ ਸੂਰਜ ਵੱਲ ਮੂੰਹ ਕਰਕੇ ਥੁੱਕਦੇ ਨੇ, ਜਾਣੀ ਕਿ ਬੇਇੱਜ਼ਤੀ ਕਰਨੀ ਚਾਹੁੰਦੇ ਨੇ। ਪਰ ਸਿਆਣਿਆਂ ਦਾ ਕਥਨ, ਕਹਿੰਦੇ ਕੋਈ ਸੂਰਜ ਵੱਲ ਮੂੰਹ ਚੱਕ ਕੇ ਥੁੱਕੇ ਨਾ, ਤੇ ਸੂਰਜ ਨੂੰ ਫਰਕ ਕੋਈ ਨਹੀਂ ਪੈਂਦਾ, ਉਲਟਾ ਬੰਦੇ ਦੇ ਉੱਪਰ ਹੀ ਥੁੱਕ ਡਿੱਗਦਾ। ਜਾਣੀ ਕਿ ਚਿੱਕੜ ਬੰਦੇ ਤੇ ਡਿੱਗਦਾ, ਸੂਰਜ ਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਇਹ ਵਿਰੋਧੀ ਉਹ ਨੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਤੀਜੇ ਰੂਪ ਚ ਵਿਰੋਧ ਕਰ ਰਹੇ ਨੇ, ਥੁੱਕਦੇ ਨੇ, ਪਰ ਫਰਕ ਕੋਈ ਨਹੀਂ, ਫਰਕ ਕੋਈ ਨਾ। ਹੁਣ ਪਹਿਲੀ ਸ਼ਿਕਾਇਤ ਅਮਰਦਾਸ ਮਹਾਰਾਜ ਜੀ ਦੀ ਅਕਬਰ ਕੋਲੇ ਕੀਤੀ ਆ, ਅਕਬਰ ਬੜਾ ਖੁਸ਼ ਹੋ ਕੇ ਗਿਆ, ਉਲਟਾ ਬੀਬੀ ਭਾਨੀ ਦੇ ਨਾਂ ਜ਼ਮੀਨ ਵੀ ਕੱਟ ਗਿਆ। ਹੁਣ ਫੇਰ ਇਹਨਾਂ ਨੇ ਕੁਝ ਟਾਈਮ ਗੁਜ਼ਰਿਆ, ਆਪਣੇ ਵੱਲੋਂ ਫੇਰ ਸ਼ਿਕਾਇਤ ਕੀਤੀ ਆ।
चलो जी, पहला तो तुसी छड्ड गए सारा कुछ देख के। देखो हुण तां पानी ना सिर उत्तों दी लंघ गया। इन्हां ने अजिहा ग्रंथ तैयार कर लिया, अजिही पोथी तैयार कर ली, जिहदे विच तुहाडे बारे साडे बारे बहुत भद्दी शब्दावली लिखी आ। ये विरोधी धਿਰ ने पहलां गुरु साहब दे लत्त मारी दातू ने आके, सखी सर वर्गे चढ़े फिरदे ने, पुजारी चढ़े फिरदे ने, किन्नी लोग ने जिहड़े गुरु नानक साहब दे घर दे सिद्धांत दे विरोध चले गए। देखो जी, इन्हां ने इहो जिहा ग्रंथ, इहो जी पोथी तैयार कर ली जिहदे विच बहुत भद्दी शब्दावली लिखी है। माफ करना, ये साडी जुबान नहीं कह सकदी भी गुरु ग्रंथ साहब महाराज दी पावन बाणी भद्दी शब्दावली है। ये विरोधी कहदे ने। देखो जी अकबर जी, ये तां ना तुहाडे मत दा, तुहाडे धर्म दे खिलाफ भी गल लिखी है इन्हां ने। ये तां मुसलमानां नाल वितकरा करन वाली गल भी लिखी आ। हुण इदां दीयां गल्लां लिख के इन्हां ने फिर शिकायत कीती आ। ते हुण ना अकबर ने सुनेहा भेजता गुरु अमरदास महाराज जी नूं। अकबर कहंदा भी तुसीं लाहौर आओ वाहिगुरू, मेरे दरबार विच आओ ते नाल पोथी लेके आउणी आ, जिहड़ी दे संबंध च इन्हां ने शिकायत कीती है ना, वो पोथी सारा सिद्धांत इकट्ठा करके लेके आउणा। ते मैं गौर नाल इनकुआरी करनी इस गल दी, मैं किसी दी ड्यूटी लाउणी, खुद ही मैं सारा कुछ आप वेखूंगा। ये आपां पहलां गल कर ली भी अकबर विच गुण सी भी वो आप इनकुआरी करदा सी। ते तीजे पातशाह धन गुरु अमरदास महाराज जी आप बुजुर्ग ने, क्योंकि 22 मंजियां 52 पीढ़े थापण तो भाव की है गुरु साहब आप नहीं इधर उधर दूर दराडे जा सकते। उन्होंने अपने वालों सेवादारां दी ड्यूटियां लातियां भी तुसीं जाना इधर उधर, जिथे भी जाना दूर नेड़े सब थाई जानागा। आप गुरु साहब एक थां टिके हुए ने, बुजुर्ग अवस्था ना नहीं जा सकते। हुण धन गुरु अमरदास महाराज जी ने अकबर दा सुनेहा सुनिया भी आपां नूं बुलाया। अकबर ने अपने दरबार दे विच ते उत्थे बाबा जेठा जी दे सिर ते हथ धरिया गुरु अमरदास महाराज ने। एक गल मैं थोड़ी जी पासे ले जानी चाहुंदा, क्योंकि जिहड़ी गल आपां इत्थे करन लगे ना, ये आऊगी तां गुरु रामदास महाराज दे जीवन च। गुरु रामदास महाराज जिन्हां दा पहला नाम सी भाई जेठा जी, मापे चढ़ाई कर गए, दादके घर कोई कदर नहीं है, नानके घर नानी ले आई। गुरु रामदास महाराज जी दे बासर के नानके ने ते गुरु अमरदास महाराज जी दा बासर के पिंड पिंडा। इत्थे भी कुछ सोहणे ढंग दे नाल गुजारा नहीं होया। ते जिहड़े रब दे प्यारे हुंदे आ ना, ये किसी दी गरीबी देख के, किसी दा दुख वेख के मजाक नहीं उड़ाउंदे। ये लोकां दा सुभाअ तां है, किसी दे फटे कपड़े हुण लोकी वेख के हसदे ने, मजाक करदे ने। कोई भुखा होवे ते लोकी देख के हसदे ने, मजाक उड़ाउंदे ने। ये दुनिया दा सुभाअ, रब दे प्यारिਆਂ दा सुभाअ नहीं। जिन्हां अंदर मालक दे परथाए प्यार है ना, वो तरस करदे ने। वो तरस करदे, कोशिश करदे आ भी किसी दा नगन ढकिया जावे। कोशिश हुंदी आ प्यासे नूं पानी मिल जे, कोशिश हुंदी आ भुखे नूं प्रशादा दिता जावे। ये रब दे प्यारिਆਂ दा सुभाअ है। धन गुरु अमरदास महाराज ने ना बाबा जेठा जी दा हाल वेख के तरस कीता। नानी नाल गल कीती ते भाई जेठा जी नूं ना गुरु अमरदास महाराज ने बासर क्या तो गोविंदवाल साहब लियांदा सी। गोविंदवाल साहब लियांदा ते की कहा, पुत्त सोहणे ढंग दे नाल रह, लीड़ा कपड़ा तैनूं बाबे नानक दे घरों मिलूगा, रहैश तेरी बाबे नानक दे घर आ।
ਪ੍ਰਸ਼ਾਦਾ ਪਾਣੀ ਤੈਨੂੰ ਬਾਬੇ ਨਾਨਕ ਦੇ ਘਰੋਂ ਮਿਲਣਾ, ਤੇ ਜਿੰਨੇ ਜੋਗਾ ਤੂੰ ਹੈ, ਜਿੰਨੇ ਜੋਗਾ ਤੂੰ ਹੈਗਾ ਨਾ, ਤੇ ਕੰਮ ਕਰ। ਉੱਥੇ ਵੀ ਗਲੀਆਂ ਚ ਤੁਰਿਆ ਫਿਰਦਾ ਨਾ ਘੁੰਗਣੀਆਂ ਲੈ ਕੇ, ਉੱਥੇ ਕੁਛ ਨਹੀਂ ਵੱਟੀਦਾ ਗਾ। ਇੱਥੇ ਪੁੱਤ ਕੰਮ ਕਰ, ਖਾ ਪੀ, ਵਧੀਆ ਸੋਹਣੀ ਜ਼ਿੰਦਗੀ ਜਿਉ। ਬਾਬਾ ਜੇਠਾ ਜੀ ਨੇ ਜਦੋਂ ਲੋੜ ਆ ਨਾ, ਲੀੜਿਆਂ ਦੀ ਵੀ ਲੋੜ ਆ, ਭੋਜਨ ਦੀ ਵੀ ਲੋੜ ਆ, ਰਹਿائش ਦੀ ਵੀ ਲੋੜ ਆ, ਤੇ ਗੁਰੂ ਪਾਤਸ਼ਾਹ ਜੀ ਨੇ ਇਹ ਸਾਰੀਆਂ ਸਹੂਲਤਾਂ ਬਾਬਾ ਜੇਠਾ ਜੀ ਨੂੰ ਦੇ ਦਿੱਤੀਆਂ। ਤੇ ਹੁਣ ਇੱਥੇ ਨਾ ਅੱਜ ਬਾਬਾ ਜੇਠਾ ਜੀ ਤੀਜੇ ਪਾਤਸ਼ਾਹ ਦੇ ਦਰਬਾਰ ਵਿੱਚ ਸੇਵਾ ਕਰਦੇ ਨੇ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਲਿਖਤੀ ਰੂਪ 'ਚ ਪੜ੍ਹਦੇ ਆ ਵੀ ਟੋਕਰੀ ਢੋਂਦੇ ਨੇ। ਟੋਕਰੀ ਢੋਣ ਤੋਂ ਭਾਵ ਕੀ ਆ, ਵੀ ਦੱਬ ਕੇ ਮਿਹਨਤ ਕਰਦੇ ਨੇ। ਜਿਹੋ ਜਿਹਾ ਕੰਮ ਮਿਲਦਾ, ਜਿਹੋ ਜੀ ਸੇਵਾ ਮਿਲਦੀ ਆ, ਬਾਬਾ ਜੇਠਾ ਜੀ ਕਰਦੇ ਨੇ। ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਜੇਠਾ ਜੀ ਦੀ ਅੱਜ ਸੇਵਾ ਵੱਡੇ ਪੱਧਰ ਤੇ ਲਾਤੀ। ਕਿਸ ਕੰਮ ਤੇ ਲਾਈ ਆ, ਹੁਣ ਇੱਥੇ ਧਿਆਨ ਦਿਓ। ਬਾਬਾ ਜੇਠਾ ਜੀ ਉਹ ਵਿਅਕਤੀ ਆ ਜਿਹੜੇ ਇੱਕ ਦਿਨ ਕਿਸੇ ਸਕੂਲ 'ਚ ਨਹੀਂ ਗਏ। ਦੁਨੀਆ ਦੇ ਰਹਿਣ ਵਾਲੇ ਲੋਕਾਂ ਦਾ ਇੱਕ ਸੁਭਾਅ, ਜੇ ਕੋਈ ਸਕੂਲ 'ਚ ਨਹੀਂ ਗਿਆ, ਉਹਨੂੰ ਮਾਂ ਵੱਲੋਂ ਸਿੱਖਿਆ ਮਿਲ ਜਾਂਦੀ ਆ, ਜ਼ਿੰਦਗੀ ਜਿਉਣ ਦਾ ਚੱਜ ਮਿਲ ਜਾਂਦਾ। ਜਿਹੜਾ ਕੋਈ ਸਕੂਲ 'ਚ ਨਹੀਂ ਗਿਆ, ਜਿਹਦੀ ਕੋਈ ਮਾਂ ਵੀ ਹੈ ਨਹੀਂ ਨਾ, ਉਹਨੂੰ ਪਿਓ ਟੀਚਰ ਬਣ ਕੇ ਸਿੱਖਿਆ ਦੇ ਦਿੰਦਾ। ਤਿੰਨੇ ਪੱਖਾਂ ਦੇ ਵਿੱਚੋਂ ਇੱਕ ਪੱਖ ਤਾਂ ਬੰਦੇ ਨਾਲ ਜੁੜਦਾ ਨਾ, ਬੱਚੇ ਨਾਲ ਜੁੜਦਾ। ਚਲੋ, ਮਾਂ ਵੀ ਨਹੀਂ ਹੈ, ਪਿਓ ਵੀ ਨਹੀਂ ਹੈ, ਸਕੂਲ ਵਿੱਚ ਵੀ ਨਹੀਂ ਗਿਆ। ਮਾਪੇ ਪਹਿਲੇ ਟੀਚਰ ਆ ਨਾ, ਉਹਨਾਂ ਦਾ ਵੀ ਧਿਆਨ ਨਹੀਂ ਹੈ, ਚੜ੍ਹਾਈ ਕਰਕੇ ਬਚਪਨ ਦੇ ਵਿੱਚ, ਸਕੂਲ ਵਿੱਚ ਵੀ ਨਹੀਂ ਗਿਆ ਗਾ। ਤੇ ਅਗਲਾ ਟੀਚਰ ਕੌਣ ਬਣਦਾ? ਚਾਚੇ ਚਾਚੀਆਂ, ਤਾਏ ਤਾਈਆਂ, ਮਾਮੇ ਮਾਸੀਆਂ ਬਣ ਜਾਂਦੀਆਂ ਨੇ। ਪਰ ਕਾਸ਼ ਬਾਬਾ ਜੇਠਾ ਜੀ ਨਾਲ ਤਾਂ ਪਿਆਰ ਉਹਨਾਂ ਨੇ ਵੀ ਚੰਦਰੀਆਂ ਨੇ ਕੀਤਾ ਨਹੀਂ। ਜਵਾਬ ਦਿੱਤਾ ਸੀ ਚਾਚੀਆਂ ਨੇ ਵੀ। ਸਾਨੂੰ ਤਾਂ ਬੁਰਾ ਲੱਗਦਾ ਇਹ, ਬਚਪਨ ਵਿੱਚ ਹੀ ਆਪਦੇ ਨਾ ਮਾਂ ਪਿਓ ਖਾ ਗਿਆ, ਆਹ ਲਫ਼ਜ਼ ਬੋਲ ਦਿੰਦਾ ਸੀ। ਪਰ ਬਾਬਾ ਜੇਠਾ ਜੀ ਆਪਣੀ ਨਾਨੀ ਨਾਲ ਨਾ ਬਸਰ ਕੇ ਨਾਨਕੇ ਘਰ ਆ ਗਏ। ਨਾਨੀ ਬਜ਼ੁਰਗਾ, ਨਾਨੀ ਵੀ ਕੁਝ ਸਮਝਾ ਨਹੀਂ ਸਕੀ, ਵੀ ਜ਼ਿੰਦਗੀ ਜਿਉਣ ਦਾ ਬਲ ਨਹੀਂ ਦੇ ਸਕੀ। ਪਰ ਸੱਤਾ ਤੇ ਬਲਵੰਡਾ ਜੀ ਦੀ ਬਾਰ ਦੇ ਵਿੱਚ ਬੜਾ ਪਿਆਰਾ ਜ਼ਿਕਰ ਕੀਤਾ, ਤੁਸੀਂ ਸਾਰੀ ਪੜ੍ਹਦੇ ਹੋ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿੰਨਾਂ ਸਵਾਰਿਆ। ਅਕਸਰ ਦਰਬਾਰ ਸਾਹਿਬ ਜਾਂਦੇ ਨਾ ਆਪਾਂ, ਇਹ ਸ਼ਬਦ ਰੋਜ਼ਾਨਾ ਗਿਆਨ ਕੀਤਾ ਜਾਂਦਾ ਰੋਜ਼। ਇਹ ਉਹ ਗੁਰੂ ਆ ਜਿਹਨੂੰ ਭਾਵ ਜਿਹਨੇ ਜਨਮ ਦਿੱਤਾ ਨਾ, ਰੱਬ ਨੇ ਜਨਮ ਦਿੱਤਾ, ਜਿਨ ਸਿਰਿਆ ਤਿੰਨੇ ਸਵਾਰਿਆ। ਇਹ ਉਹ ਗੁਰੂ ਆ, ਉਹ ਰੱਬ ਦਾ ਪਿਆਰਾ, ਜਿਹਨੇ ਜਨਮ ਦਿੱਤਾ, ਉਸੇ ਨੇ ਪਰਵਰਿਸ਼ ਕੀਤੀ, ਉਸੇ ਨੇ ਪਾਲਿਆ। ਤੇ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਇੱਕ ਵੱਡੀ ਸੇਵਾ ਲਾਈ ਹੈ। ਇਹ ਸੇਵਾ ਬੜੀ ਤਕੜੀ ਸੇਵਾ। ਮੈਂ ਵੀ ਕਹਿ ਸਕਦਾ ਵੀ ਜਿਹੜੀ ਸੇਵਾ ਗੁਰੂ ਅਮਰਦਾਸ ਮਹਾਰਾਜ ਨੇ ਲਾਈ ਆ ਨਾ, ਸ਼ਾਇਦ ਦੁਨੀਆ ਦੇ ਵਿੱਚ ਬਾਕੀ ਸਾਰੇ ਕੰਮ ਕਰਨੇ ਸੌਖੇ ਆ, ਪਰ ਜਿਹੜਾ ਆਹ ਕੰਮ ਗੁਰੂ ਅਮਰਦਾਸ ਮਹਾਰਾਜ ਨੇ ਬਾਬੇ ਜੇਠੇ ਨੂੰ ਦਿੱਤਾ ਨਾ, ਇਹ ਕਰਨਾ ਔਖਾ। ਆਪਾਂ ਹੁਣੇ ਗੱਲ ਕੀਤੀ ਹੈ ਇੱਕ, ਵੀ ਗੁਰੂ ਅਮਰਦਾਸ ਮਹਾਰਾਜ ਨੇ ਨਾ, ਦਾਤੂ ਨੇ ਜਦੋਂ ਲੱਤ ਮਾਰੀ ਆ ਕੇ, ਵੀ ਲੈ ਜ਼ਿੰਮੇਵਾਰੀ ਮੈਨੂੰ ਦੇਣੀ ਸੀ ਮੇਰੇ ਪਿਓ ਨੇ, ਤੂੰ ਕਿਵੇਂ ਜ਼ਿੰਮੇਵਾਰੀ ਲੈ ਲਈ? ਇਹ ਤਾਂ ਮੈਂ ਹੱਕਦਾਰ ਆ, ਮੈਂ ਤਾਂ ਨਾਨਕ ਦੇ ਘਰ ਦਾ ਅਹੁਦੇਦਾਰ ਬਣਨਾ ਸੀ। ਤੇ ਗੁਰੂ ਅਮਰਦਾਸ ਮਹਾਰਾਜ ਨੇ ਪਿਆਰ 'ਚ ਕੀ ਕਿਹਾ ਸੀ? ਪੁੱਤ, ਲੱਤਾਂ ਨਹੀਂ ਮਾਰਦੇ ਹੁੰਦੇਗੇ, ਮੇਰੇ ਤਾਂ ਹੱਡ ਨਾ ਲੱਕੜਾਂ ਵਰਗੇ ਹੋ ਪਏ ਨੇ, ਤੇ ਤੇਰੀ ਲੱਤ ਤੇ ਸੱਟ ਲੱਗੀ ਹੋਣੀ, ਲੱਤ ਨੱਪਣ ਲੱਗੇ ਨਾ ਪਾਤਸ਼ਾਹ, ਬਸ਼ਰਮੀ ਮਿਲੀ। ਤੇ ਨਾਲ ਦੂਜੀ ਗੱਲ ਕੀ ਕਹੀ ਆ? ਪੁੱਤ, ਮੈਂ ਨਾ ਕੋਈ ਧੱਕੇ ਨਾਲ ਜ਼ਿੰਮੇਵਾਰੀ ਨਹੀਂ ਲੈਤੀ ਬਾਬੇ ਨਾਨਕ ਦੇ ਘਰ ਦੀ, ਇਹ ਤਾਂ ਮੇਰੇ 'ਚ ਗੁਣ ਸੀ। ਗੁਣ ਦੇਖ ਕੇ ਗੁਰੂ ਸਾਹਿਬ ਨੇ ਮੈਨੂੰ ਗੁਰਤਾ ਗੱਦੀ ਦੇਤੀ, ਗੁਣ ਦੇਖ ਕੇ ਮੈਨੂੰ ਜ਼ਿੰਮੇਵਾਰੀ ਦੇਤੀ, ਗੱਲ ਹੀ ਖਤਮ ਆ। ਫਿਰ ਤੀਜੇ ਪਾਤਸ਼ਾਹ ਨੇ 22 ਮੰਜੀਆਂ ਪ੍ਰਚਾਰਕ ਥਾਪੇ, 52 ਪੀੜੇ ਥਾਪੇ ਆ, ਗੁਣਾਂ ਦੇ ਆਧਾਰ ਤੇ ਥਾਪੇ ਨੇ। ਵਾਹਿਗੁਰੂ ਭਲਾ ਕਰੇ, ਕਦੇ ਆਪਾਂ ਵਿਚਾਰ ਵੀ ਕਰ ਲਵਾਂਗੇ ਇਸ ਵਿਸ਼ੇ ਨਾਲ ਸੰਬੰਧਿਤ। ਜਿੰਨੇ ਗੁਰੂ ਅਮਰਦਾਸ ਮਹਾਰਾਜ ਨੇ 22 ਮੰਜੀਆਂ ਪ੍ਰਚਾਰਕ, ਮੇਨ ਪ੍ਰਚਾਰਕ,
ਤੇ 52 ਪੀੜੇ ਉਪ ਪ੍ਰਚਾਰਕ, ਜਿਹੜੀ ਕਿ ਹੈੱਡ ਤੇ ਸਹਾਇਕ, ਜਿੰਨੇ ਥਾਪੇ ਨੇ ਸਾਰਿਆਂ 'ਚ ਗੁਣ ਸੀ। ਕਦੇ ਕਿਰਪਾ ਕੀਤੀ ਮਹਾਰਾਜ ਨੇ, ਆਪਾਂ ਜ਼ਰੂਰ ਇਸ ਗੱਲ ਨੂੰ ਬਾਚਾਂਗੇ ਉਹਨਾਂ 'ਚ ਕੀ ਗੁਣ ਸੀ। ਐਵੇਂ ਪ੍ਰਚਾਰ ਕਰਨ ਦੀ ਡਿਊਟੀ ਬਾਬੇ ਨਾਨਕ ਦੇ ਘਰ 'ਚ ਹਰੇਕ ਨੂੰ ਨਹੀਂ ਮਿਲਦੀ। ਇਹ ਧਿਆਨ 'ਚ ਰੱਖਣਾ, ਬਾਬੇ ਨਾਨਕ ਨੇ ਗੁਣ ਵੇਖ ਕੇ ਸੇਵਾ ਲਾਈ ਆ। ਪੁੱਤ ਤੂੰ ਯੋਗ ਆ ਮੈਂ ਤੈਨੂੰ ਇਹ ਸੇਵਾ ਦੇਵਾਂ, ਆ ਜਾ। ਹਰੇਕ ਨੂੰ ਨਹੀਂ। ਸੋ ਵਾਹਿਗੁਰੂ ਭਲਾ ਕਰੇ। ਚਲੋ ਇੱਥੇ ਹੁਣ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਜਿਹੜੀ ਆਹ ਸੇਵਾ ਲਾਈ ਆ ਨਾ, ਇਹਨੂੰ ਆਪਾਂ ਇਹ ਵੀ ਕਹਿ ਸਕਦੇ ਆ, ਇਹ ਵੀ ਬਿਰਲਿਆਂ ਦੇ ਹਿੱਸੇ ਆਉਂਦੀ ਆ। ਜਗ ਮੈਂ ਉੱਤਮ ਕਾਢੀਐ, ਬਿਰਲੇ ਕਈ ਕੇ, ਥੋੜੇ ਹੁੰਦੇ ਨੇ, ਸਾਰੇ ਨਹੀਂ ਹੁੰਦੇਗੇ। ਹੁਣ ਜਦੋਂ ਇਹ ਸੇਵਾ ਗੁਰੂ ਅਮਰਦਾਸ ਮਹਾਰਾਜ ਨੇ ਸੁਣਾਈ ਹੈ ਨਾ, ਪੁੱਤ ਜੇਠਿਆ ਤੈਨੂੰ ਇੱਕ ਸੇਵਾ ਦੇਣੀ ਆ। ਬਾਬਾ ਜੇਠਾ ਜੀ ਬਹੁਤ ਨਿਮਰਤਾ ਦੇ ਪੁੰਜ ਨੇ, ਜਾਣੀ ਕਿ ਆਪਣਾ ਧਿਆਨ ਗੁਰੂ ਰਾਮਦਾਸ ਮਹਾਰਾਜ ਤੇ ਰੱਖਿਓ। ਬਾਬਾ ਜੇਠਾ ਜੀ ਮੈਂ ਕਹਿ ਕੇ ਨਾਮ ਪੁਕਾਰ ਰਿਹਾਗਾ, ਪਹਿਲਾ ਨਾਮ ਬਾਬਾ ਜੇਠਾ ਜੀ ਆ। ਪੁੱਤ ਜੇਠਿਆ ਮੈਂ ਤੈਨੂੰ ਸੇਵਾ ਦੇਣੀ ਆ ਇੱਕ। ਹਾਂ ਪਾਤਸ਼ਾਹ ਦੱਸੋ, ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਜੋ ਕਹੋਗੇ ਮੈਂ ਸੇਵਾ ਕਰਨ ਲਈ ਤਿਆਰ ਹਾਂ। ਦਿਨ ਰਾਤ ਅੱਗੇ ਵੀ ਸੇਵਾ ਕਰਦੇ ਆ, ਬੜਾ ਚਾਅ ਆ ਸੇਵਾ ਕਰਨ ਦਾ ਮੈਨੂੰ ਬਾਬੇ ਨਾਨਕ ਦੇ ਘਰੇ, ਬਹੁਤ ਜ਼ਿਆਦਾ ਚਾਅ ਆ ਮੈਨੂੰ। ਇੱਥੇ ਆ ਕੇ ਨਾ ਮੈਨੂੰ ਸਭ ਕੁਝ ਹੀ ਮਿਲ ਗਿਆ, ਮੈਂ ਕੁਝ ਵੀ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਮਿਲਿਆ ਕੁਛ ਨਹੀਂ। ਜੋ ਸੇਵਾ ਕਹੋਗੇ ਤੇ ਮੈਂ ਕਰਾਂਗਾ। ਪਰ ਚੇਤਾ ਰੱਖਿਓ, ਜਿਹੜੀ ਸੇਵਾ ਹੁਣ ਗੁਰੂ ਸਾਹਿਬ ਨੇ ਲਾਈ ਆ ਨਾ, ਜੇ ਕਦੇ ਸਾਡੀ ਇਹ ਸੇਵਾ ਲੱਗ ਜੇ, ਸ਼ਾਇਦ ਅਸੀਂ ਵੀ ਇਸ ਸੇਵਾ ਦੇ ਵਿੱਚ ਮਾਫ ਕਰਨਾ ਫੇਲ ਤਾਂ ਨਹੀਂ ਹੁੰਦੇ, ਪਰ ਜੇ ਆਪਣੀ ਮੱਤ ਵਰਤਾਂਗੇ ਤਾਂ ਫੇਲ ਹੋ ਜਾਗੇ। ਜੇ ਅਸੀਂ ਗੁਰੂ ਨੂੰ ਜਵਾਬ ਦਿੱਤਾ ਨਾ, ਫਿਰ ਫੇਲ ਹੋ ਸਕਦੇ ਆ। ਪਰ ਗੁਰੂ ਨੂੰ ਕਦੇ ਜਵਾਬ ਨਾ ਦਈਏ। ਗੁਰੂ ਜਿਹੜੀ ਸੇਵਾ ਲਾਉਂਦਾ ਹੱਸ ਕੇ ਕਰੀਏ, ਪਾਤਸ਼ਾਹ ਤੂੰ ਦੇ ਸੇਵਾ ਮੈਨੂੰ। ਹੁਣ ਇੱਥੇ ਗੱਲ ਕੀ ਆ, ਬਾਬਾ ਜੇਠਾ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੁੱਤ ਤੂੰ ਨਾ ਅਕਬਰ ਦੇ ਦਰਬਾਰ ਵਿੱਚ ਜਾ। ਸਤ ਵਚਨ ਪਾਤਸ਼ਾਹ ਧਿਆਨ 'ਚ ਗੱਲ ਲਿਆਂਦੀ ਵੀ ਕੋਈ ਦੇਣ ਲੈਣ ਕਰਨਾ ਹੋਊ, ਕੁਛ ਛੱਡ ਕੇ ਆਉਣਾ ਹੋਊ ਤੇ ਕੁਝ ਉਧਰੋਂ ਲਿਆਉਣਾ ਹੋਊ, ਆਹੀ ਕੰਮ ਕਰਨਾ ਨਾ। ਤੇ ਦੂਜੀ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਪੁੱਤ ਉੱਥੇ ਨਾ ਤੁਹਾਡੇ ਸਵਾਲ ਜਵਾਬ ਹੋਣੇ ਆ ਅਕਬਰ ਨਾਲ। ਸਵਾਲ ਜਵਾਬ ਅਕਬਰ ਨਾਲ ਹੋਣੇ ਆ, ਤੇ ਤੂੰ ਜਾ ਕੇ ਨਾ ਜਿਹੜੇ ਸਵਾਲ ਅਕਬਰ ਕਰੂਗਾ ਤੇ ਤੂੰ ਉਹਨਾਂ ਦਾ ਜਵਾਬ ਦੇਈਂ। ਹੁਣ ਬਾਬਾ ਜੇਠਾ ਜੀ ਨੇ ਹੱਥ ਜੋੜ ਧੌਣ ਨੀਵੀਂ ਕਰ ਹਾਂ ਤਾਂ ਕਹੀਤੀ, ਤੇ ਨਾਲ ਕੀ ਕਿਹਾਗਾ, ਕਹਿੰਦਾ ਪਾਤਸ਼ਾਹ ਮੈਂ ਜਵਾਬ ਤਾਂ ਨਹੀਂ ਦਿੰਦਾ, ਜੋ ਤੁਸੀਂ ਮੇਰੀ ਡਿਊਟੀ ਮੇਰੀ ਸੇਵਾ ਲਾਈ ਆ, ਪਰ ਇੰਨੀ ਗੱਲ ਜ਼ਰੂਰ ਆ, ਮੈਂ ਸਵਾਲਾਂ ਦੇ ਜਵਾਬ ਦੇਣ ਜੋਗਾ ਹੈ ਹੀ ਨਹੀਂ, ਤੇ ਬਾਕੀ ਕਿਰਪਾ ਤੁਹਾਡੀ ਚਾਹੀਦੀ ਹੈ। ਆ ਗੱਲ ਕਹੀ ਨਾ, ਕਿਉਂਕਿ ਮੈਂ ਪਾਤਸ਼ਾਹ ਕਿਸੇ ਸਕੂਲ 'ਚ ਮੈਂ ਨਹੀਂ ਗਿਆ, ਮੇਰੀ ਮਾਂ ਨੇ ਮੈਨੂੰ ਨਹੀਂ ਕੋਈ ਪੜ੍ਹਾਇਆ ਲਿਖਾਇਆ, ਮੇਰੇ ਬਾਪ ਨੇ ਕੋਈ ਮੈਨੂੰ ਨਹੀਂ ਸ਼ਾਇਦ ਮੇਰੇ ਵੱਲ ਧਿਆਨ ਦਿੱਤਾ, ਮਾਪੇ ਪਹਿਲੀ ਚੜ੍ਹਾਈ ਕਰ ਗਏ, ਮੈਂ ਤਾਂ ਰੁਲਦਾ ਖੁਲਦਾ ਤੇਰੇ ਦਰ ਤੇ ਆਇਆ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਮੈਂ ਤਾਂ ਆ ਅਵਸਥਾ ਦੇ ਵਿੱਚ ਤੇਰੇ ਦਰ ਤੇ ਆਇਆ ਸੀ, ਮੈਂ ਸਵਾਲਾਂ ਦੇ ਜਵਾਬ ਦੇ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਹਾਂ। ਤੇ ਪਾਤਸ਼ਾਹ ਕਹਿੰਦੇ ਨੇ, ਤੇਰੇ ਗੁਰੂ ਅੰਗ ਸੰਗ ਹੋਵੇਗਾ। ਗੁਰੂ ਨੂੰ ਧਿਆਨ 'ਚ ਰੱਖ ਕੇ ਹਰ ਸਵਾਲ ਨੂੰ ਸੁਣੀ, ਤੇ ਉਹਦਾ ਜਵਾਬ ਠਰਮੇ ਦੇ ਨਾਲ ਦੇਈ, ਜਿੱਤ ਨਾਨਕ ਦੀ ਹੋਵੇਗੀ। ਗੁਰੂ ਅਮਰਦਾਸ ਨੇ ਬਖਸ਼ਿਸ਼ ਕੀਤੀ ਆ, ਜਿੱਤ ਬਾਬੇ ਨਾਨਕ ਦੇ ਘਰ ਦੀ ਹੋਵੇਗੀ। ਹਰ ਸਵਾਲ ਦਾ ਜਵਾਬ ਠਰਮੇ ਦੇ ਨਾਲ ਦੇਈ, ਪਿਆਰ ਦੇ ਨਾਲ ਦੇਈ, ਗੁਰੂ ਦੇ ਡਰ ਵਿੱਚ ਰਹਿ ਕੇ ਦੇਈ। ਸਤ ਵਚਨ ਤੇ ਇਤਿਹਾਸਕਾਰ ਲਿਖਦੇ ਨੇ, ਬਾਬਾ ਜੇਠਾ ਜੀ ਨਾ ਕੁਝ ਨਾਲ ਸਿੱਖਾਂ ਦੀ ਡਿਊਟੀ ਲਾਈ, ਮੋਢੀ ਬਣਾ ਕੇ ਅਕਬਰ ਦੇ ਦਰਬਾਰ ਵੱਲ ਘੱਲਤਾ। ਹੁਣ ਪਿਆਰ ਵਾਲੇ ਥੋੜਾ ਜਿਹਾ ਇੱਥੇ ਸਾਈਡ ਤੇ ਹੋ ਕੇ ਦੇਖਿਓ, ਆਪਾਂ ਇੱਕ ਦੁਨੀਆ ਦਾ ਬਾਦਸ਼ਾਹ ਹੋਵੇ, ਦੁਨੀਆ ਦਾ ਬਾਦਸ਼ਾਹ
ਤੇ ਇੱਕ ਆਮ ਜਿਹਾ ਵਿਅਕਤੀ, ਹਜੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਨਹੀਂ ਦਿੱਤੀ, ਹਜੇ ਗੁਰੂ ਰਾਮਦਾਸ ਮਹਾਰਾਜ ਭਾਈ ਜੇਠੇ ਦੇ ਰੂਪ ਚ ਆਮ ਵਿਅਕਤੀ ਆ, ਆਮ, ਖਾਸ ਗੱਦੀ ਮਿਲਣ ਤੋਂ ਬਾਅਦ ਬਣਨਾ। ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਹੜੀ ਗੱਲ ਕਹਿ ਕੇ ਤੋਰਿਆ ਨਾ ਵੀ ਅਕਬਰ ਨਾਲ ਵਿਚਾਰਾਂ ਕਰਨੀਆਂ ਨੇ, ਸ਼ਾਇਦ ਇੱਥੇ ਅਸੀਂ ਵੀ ਫੇਲ ਹੋ ਜਾਵਾਂਗੇ ਜਦੋਂ ਕਿਸੇ ਨਾਲ ਵਿਚਾਰ ਕਰਨ ਤੇ, ਬਹਿਸ ਕਰਨ ਤੇ, ਸਵਾਲਾਂ ਦੇ ਜਵਾਬ ਦੇਣ ਤੇ ਕਿਰਿਆ ਕਰਮ ਕਰਨੀ ਹੋਵੇ। ਪਰ ਗੁਰੂ ਅੱਗੇ ਅਰਦਾਸ ਕਰੀਏ ਰੋਜ਼, ਪਾਤਸ਼ਾਹ ਭਾਵੇਂ ਕੋਈ ਵਿਰੋਧੀ ਹੋਵੇ ਤੇ ਭਾਵੇਂ ਕੋਈ ਆਪਣਾ ਹੋਵੇ, ਰੋਜ਼ ਨੇਮ 'ਚ ਅਰਦਾਸ ਕਰੀਏ, ਮੈਨੂੰ ਰਸਤੇ ਵਿੱਚ ਜਾਂਦਿਆਂ ਆਉਂਦਿਆਂ ਕੋਈ ਗੱਲ ਪੁੱਛੇ, ਕੋਈ ਸਵਾਲ ਪੁੱਛੇ, ਕੋਈ ਗੱਲ ਕਰੇ, ਮਾਲਕਾ ਮੇਰੇ ਸਿਰ ਤੇ ਹੱਥ ਨਾ ਤੂੰ ਰੱਖੀ ਤੇ ਮੈਂ ਜੁਰਤ ਨਾਲ ਅਗਲੇ ਨੂੰ ਜਵਾਬ ਦੇ ਸਕਾਂ। ਇਹ ਬਾਬੇ ਨਾਨਕ ਦੇ ਘਰ ਵਿੱਚ ਰਹਿਣ ਵਾਲੇ ਸਿੱਖ ਦੀ ਅਵਸਥਾ ਹੋਣੀ ਚਾਹੀਦੀ ਆ। ਕੋਈ ਮੈਨੂੰ ਭਾਵੇਂ ਸਵਾਲ ਕਰੇ, ਭਾਵੇਂ ਕੋਈ ਸਰਪੰਚ ਕਰੇ, ਭਾਵੇਂ ਕੋਈ ਨੰਬਰਦਾਰ ਕਰੇ, ਭਾਵੇਂ ਕੋਈ MLA ਕਰੇ, ਭਾਵੇਂ ਕੋਈ ਕੈਬਨਿਟ ਮੰਤਰੀ ਕਰੇ, ਤੇ ਭਾਵੇਂ ਕੋਈ ਮੁੱਖ ਮੰਤਰੀ ਕਰੇ, ਬਾਬਾ ਨਾਨਕਾ ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ, ਜਿਵੇਂ ਤੂੰ ਬਾਬਾ ਜੇਠਾ ਜੀ ਦੇ ਸਿਰ ਤੇ ਹੱਥ ਰੱਖਿਆ। ਹੁਣ ਬਾਬਾ ਜੇਠਾ ਜੀ ਆਮ ਵਿਅਕਤੀ ਆ, ਪਰ ਗਏ ਨੇ ਸਵਾਲਾਂ ਦੇ ਜਵਾਬ ਦੇਣ ਅਕਬਰ ਦੇ ਦਰਬਾਰ 'ਚ। ਅਕਬਰ ਦੇ, ਉਹ ਵੀ ਕਿਸੇ ਅਕਬਰ ਦੇ ਅਹਿਲਕਾਰ ਦੇ ਜਵਾਬ ਨਹੀਂ, ਵਾਹਿਗੁਰੂ ਸਵਾਲ ਨਹੀਂ, ਸਵਾਲ ਅਕਬਰ ਦੇ ਨੇ। ਸੋ ਸਤਿਗੁਰੂ ਪਾਤਸ਼ਾਹ ਮਿਹਰ ਕਰਨ। ਬਾਬਾ ਜੇਠਾ ਜੀ ਅਕਬਰ ਦੇ ਦਰਬਾਰ ਵਿੱਚ ਚਲੇ ਗਏ, ਜੀ ਆਇਆਂ ਨੂੰ ਕਿਹਾ, ਆਓ ਭਗਤ ਕੀਤੀ, ਕਿਉਂਕਿ ਅਕਬਰ ਪਹਿਲਾਂ ਇੱਕ ਵਾਰੀ ਗੋਇੰਦਵਾਲ ਸਾਹਿਬ ਆ ਚੁੱਕਿਆ ਤੇ ਗੋਇੰਦਵਾਲ ਸਾਹਿਬ ਦੇ ਵਿੱਚ ਪਹੁੰਚਣ ਤੇ ਅਕਬਰ ਨੂੰ ਗੁਰੂ ਨਾਨਕ ਦੇ ਘਰ ਦੀ ਮਰਜ਼ਾਦਾ ਦਾ ਬਹੁਤਾ ਤਾਂ ਪਤਾ ਲੱਗ ਹੀ ਚੁੱਕਿਆ ਵੀ ਮਰਜ਼ਾਦਾ ਬੜੀ ਵਧੀਆ ਬਾਬੇ ਨਾਨਕ ਦੇ ਘਰ ਦੀ। ਆਪਾਂ ਗੱਲ ਪਹਿਲਾਂ ਕਰ ਲਈ ਨਾ, ਅਕਬਰ ਬਾਬੇ ਨਾਨਕ ਦੇ ਘਰ ਦੇ ਲੰਗਰ ਵਿੱਚ ਭੁੰਜੇ ਬੈਠ ਕੇ ਨਾ, ਪੰਗਤ 'ਚ ਬੈਠ ਕੇ ਲੰਗਰ ਛਕ ਕੇ 101% ਖੁਸ਼ ਹੋਇਆ ਸੀ। ਇੱਕ ਵਿਰੋਧੀ, ਬਾਬੇ ਨਾਨਕ ਦੇ ਘਰ ਦਾ ਵਿਰੋਧੀ ਵਿਅਕਤੀ ਬਾਬੇ ਨਾਨਕ ਦੇ ਘਰੇ ਬੈਠ ਕੇ ਲੰਗਰ ਪੰਗਤ 'ਚ ਬੈਠ ਕੇ ਛਕ ਕੇ, ਇਹ ਮਰਜ਼ਾਦਾ ਕਿਹਦੀ ਆ? ਤੀਜੇ ਪਾਤਸ਼ਾਹ ਦੀ। ਪਹਿਲਾ ਪੰਗਤ ਪਾਛੈ ਸੰਗਤ, ਤੇ ਆਪਾਂ ਪਹਿਲਾਂ ਵੀ ਗੱਲ ਕੀਤੀ, ਮੈਂ ਦੁਬਾਰਾ ਫਿਰ ਰਿਪੀਟ ਕਰਨ ਲੱਗਿਆ, ਅੱਜ ਸਾਨੂੰ ਕੁਰਸੀ ਤੋਂ ਬਿਨਾਂ, ਮੇਜ਼ ਤੋਂ ਬਿਨਾਂ ਬਾਬੇ ਨਾਨਕ ਦੇ ਘਰੇ ਨਾ ਰੋਟੀ ਸਵਾਦ ਨਹੀਂ ਲੱਗਦੀ। ਗੌਰ ਕਰਿਓ ਬਸ ਇੱਥੇ, ਇਹ ਕਿੰਨਾ ਟਾਈਮ ਚੱਲੂ ਕੁਛ, ਇੱਕ ਰੀਸ ਆ, ਇੱਕ ਕਿਸੇ ਚੱਕ ਚਕਈਏ ਤੇ ਕੰਮ ਕਰਦੇ ਆ ਆਪਾਂ, ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਦੇਗੇ, ਨਾਲੇ ਖੁੰਗਲ ਹੁੰਨੇ ਆ, ਪੈਸੇ ਲਾਉਣੇ ਆ, ਤੇ ਨਾਲੇ ਬਾਬੇ ਨਾਨਕ ਦੇ ਘਰ ਦੀ ਮਰਜ਼ਾਦਾ ਤੋੜਦੇ ਆ। ਅੱਜ ਬਾਬੇ ਨਾਨਕ ਦਾ ਘਰ ਜਿਹੜੇ ਮਰਜੀ ਬਿਰਲੇ ਥਾਵਾਂ ਤੇ ਜਿੱਥੇ ਨਾ ਕੋਈ ਸਿਧਾਂਤ ਕਾਇਮ ਕਰ ਲਿਆ ਸੰਗਤ ਨੇ ਵੀ ਇੱਥੇ ਆ ਸਿਧਾਂਤ ਆ, ਚਿੱਤ ਮੰਨਦਾ ਆਓ, ਚਿੱਤ ਮੰਨਦਾ ਨਾ ਆਓ, ਸਾਨੂੰ ਕੋਈ ਮਤਲਬ ਨਹੀਂ। ਜਿੱਥੇ ਬਾਬੇ ਨਾਨਕ ਦਾ ਸਿਧਾਂਤ ਕਾਇਮ ਆ ਨਾ, ਉਹ ਥਾਂ ਨੂੰ ਛੱਡ ਕੇ ਅੱਜ ਬਾਬੇ ਨਾਨਕ ਦੇ ਘਰ ਦੇ ਲੰਗਰ ਮੈਰਿਜ ਪੈਲਸ ਬਣ ਗਏ। ਤੇ ਪੈਲਸਾਂ ਦੇ ਵਿੱਚ ਕੀ ਹੁੰਦਾਗਾ ਉਹ ਤੁਸੀਂ ਸਾਰੇ ਜਾਣਦੇ ਹੋ, ਤੇ ਗੁਰੂ ਨਾਨਕ ਦੇ ਲੰਗਰ 'ਚ ਕੀ ਹੁੰਦਾ ਅੱਜ ਦੇ ਸਿੱਖ ਨੇ ਕਿੰਨਾ ਗੰਦ ਪਾਇਆ ਉਹ ਤੁਸੀਂ ਜਾਣਦੇ ਹੋ। ਪੁਰਾਤਨ ਗੁਰਸਿੱਖ ਸੀ, ਕਹਿੰਦੇ ਬਾਬੇ ਨਾਨਕ ਦੇ ਘਰੇ ਆਉਂਦੇ ਉਹ ਗੰਦ ਨਹੀਂ ਸੀ ਪਾਉਂਦੇ, ਉਲਟਾ ਸਫਾਈ ਕਰਕੇ ਜਾਂਦੇ ਸੀ। ਅੱਜ ਬਾਹਰੋਂ ਅਸੀਂ ਆਉਨੇ ਆ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗੰਦ ਪਾ ਕੇ ਜਾਂਦੇ। ਚੇਤਾ ਰੱਖਿਓ, ਬਾਬੇ ਨਾਨਕ ਦੇ ਘਰ ਦੇ ਵਿੱਚ ਜਾਂ ਲੰਗਰ ਦੇ ਵਿੱਚ ਗੰਦ ਪਾਉਣ ਵਾਲਿਆਂ ਦੇ ਹਿਰਦੇ ਹਮੇਸ਼ਾ ਗੰਦੇ ਹੁੰਦੇ ਨੇ। ਤੇ ਸੱਚਾਈ ਆ, ਮਾਫ ਕਰਨਾ ਨਾ, ਪਤਾ ਨਹੀਂ ਕਿਸੇ ਦਾ ਕੀ ਗੁਰਦੁਆਰਾ ਸਾਹਿਬ ਦਿਆਂ ਨੇ ਵਿਗਾੜਿਆਗਾ। ਇੱਥੇ ਆਉਣਗੇ ਜਾਣ ਬੁੱਝ ਕੇ ਗੰਦ ਪਾ ਕੇ ਜਾਣਗੇ, ਜਾਣ ਬੁੱਝ ਕੇ, ਇੱਧਰ ਵੀ ਖਿਲਾਰਤਾ, ਉੱਧਰ ਵੀ ਖਿਲਾਰਤਾ, ਉੱਧਰ ਵੀ ਖਿਲਾਰਤਾ, ਪ੍ਰਬੰਧਕ ਰੌਲਾ ਪਾਉਂਦੇ ਫਿਰਨਗੇ, ਉਹ ਨਾ ਭਾਈ ਇੰਨਾ ਗੰਦ ਨਾ ਪਾਓ, ਖਿਲਾਰੋ ਨਾ ਯਾਰ, ਕਿਉਂ ਤੁਸੀਂ ਕੂੜਾ ਕਰਕਟ ਖਿਲਾਰੀ ਜਾਂਦੇ ਹੋ? ਜਾਣ ਬੁੱਝ ਕੇ, ਮਾਫ ਕਰਨਾ, ਆਹ ਹਾਲਾਤ ਅੱਜ ਦੇ ਲੋਕਾਂ ਦੇ ਹੋਏ ਪਏ ਨੇਗੇ। ਪਰ ਵਾਹਿਗੁਰੂ ਭਲਾ ਕਰੇ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਰਜ਼ਾਦਾ ਨੂੰ ਦੇਖ ਕੇ ਨਾ ਅਕਬਰ ਵੀ ਖੁਸ਼ ਹੋ ਗਿਆ ਸੀ, ਬਾਗੋ ਬਾਗ ਹੋ ਗਿਆ ਸੀਗਾ, ਮੋਹਰ ਲਾ ਗਿਆ ਸੀ। ਬਾਬਾ ਨਾਨਕਾ, ਜੋ ਰੋਟੀ ਖਾ ਕੇ ਤੇਰੀ ਪੰਗਤ 'ਚ ਨਜ਼ਾਰਾ ਆਇਆ ਨਾ, ਇਹ ਨਜ਼ਾਰਾ ਤਾਂ ਮੈਨੂੰ ਮੇਰੀਆਂ ਬੇਗਮਾਂ ਦੇ ਹੱਥੋਂ ਰੋਟੀ ਖਾ ਕੇ ਵੀ ਨਹੀਂ ਕਦੇ ਆਇਆ।
अकबर वो आ जिन्हों 24 घंटे वधिया खाना मिलता अपने घर च, जो मर्जी मंगे, पर कहंदा उन्ना स्वाद उथों नहीं जिन्ना स्वाद तेरे घर चों आया। अज साडा सुभाव, साडा मत, साडे ख्याल कित्थे रुके ने? बिरलियां नूं छड्ड के, रब दे प्यारिआं नूं छड्ड के, जिन्हां अंदर दर्द आ ना उन्हां नूं छड्ड के। हुण इत्थे धन गुरु अमरदास महाराज जी ने भाई जेठा जी नूं अकबर दे दरबार विच तोरता। आओ भगत कीती, जो 94 गुरसिख गए ने, बाबा जेठा जी मोढी बन के गए ने, ते सतगुरु गुरु नानक साहब जी दे दरबार संबंधी जो विरोधियों ने शिकायतां कीतियां सी, वो तो कुछ तो पहलियां दा निपटारा हो गया सी जी। ये गरीबां नूं अमीरां नूं सारिआं नूं इकट्ठी बहाई जांदे, अलग ही मर्यादा बनाती, इकट्ठी एक पंगत च बह जांदे, एक संगत च बह जांदे, कोई ऊच नीच नहीं, भेद भाव नहीं। जो साडियां प्राचीन मर्यादावां सी ना उन्हां नूं तोड़ता। ये कबरां दे विरोधी आ, ये मूर्तियां दे विरोधी आ, ये जात पात नहीं मानते, कोई बोली लवाती, जो शिकायत कुछ तो निपटारा पहला अकबर कर गया सी। ते हुण दूजी गल दी शिकायत की, मेन शिकायत की आ भी इन्हां ने तां जो पोथी तैयार कीती आ ओहदे च मुसलमानी मत दे खिलाफ गल्लां लिखीआं। आ शिकायत वड्डी आ, बाकी होर नाल गल्लां ऐड कीतीआं ने। हुण अकबर ने अज इत्थे सब तो पहला सवाल बाबा जेठा जी नूं अपनी कचहरी दे विच संगत दे विच यही कीता, मैं सुनिया, क्लीयर नहीं सुनिया, जो शिकायत आई आ, जो तुसी पोथी तैयार कीती आ, जो तुसी पोथी लिख तैयार कीती है ना, ओहदे च मुसलमानी मत दे मुताबक गलत लिखिया होया, अपशब्द लिखे हुए ने। बाबा जेठा जी किन्ने निमरता दे पुंज ने, गुरु अमरदास महाराज नूं याद कीता ते सच्चे पातशाह बख्शिश करो, किरपा करो, आप मेहर करो, मैथों ये सेवा लै लो, सवालां दा जवाब देण वाली। ते गुरु साहब ने पोथी नाल दे के तोरी सी, जदों लोड़ पई ना तुसी पोथी प्रकाश करके, जिवें अज आपां गुरु ग्रंथ साहिब कहने, उदों गुरु ग्रंथ साहिब दा रूप नहीं बनिया, उदों पोथी आ, पोथी प्रकाश करके ते तुसी ना समझा दिओ, दस दिओ, डरिओ ना, झिफिओ ना। ते उस टाइम ते पोथी प्रकाश कीती। अकबर कहंदा पोथी प्रकाश करो, जिस पन्ने तो प्रकाश होवेगी ते उथों मैनूं पढ़ के सुणाओ, ते मैं फिर निर्णय करूंगा, फिर मैं पोथी ते बाईकाट कर दूंगा, ये तुसीं अगे लिख नहीं सकोगे। कमाल आ बाबे नानक दे घर दी मर्यादा, जदों पोथी प्रकाश हुई ना ते पहले ही हुक्मनामा आया, किहड़ा? ये विरोधियों ने तां शिकायत कीती सी, मुसलमानी मत दे खिलाफ गल्लां लिखीआं। पहला हुक्मनामा की आया? मुसलमानी मत दे संबंध च ही हुक्मनामा आ गया। केड़ा सीगा? अव्वल अल्लाह नूर उपाया, कुदरत के सब बंदे, एक नूर ते सब जग उपजिया, कौन भले कौ मंदे। हुण पहली तुक दे विच ही गल की आई है? अव्वल अल्लाह, अल्लाह दी गल आ गई। हिंदुआं दे किसे ग्रंथ च अल्लाह लफज नहीं लिखिया, हिंदू मत दे ना किसे ग्रंथ च भी अल्लाह लफज नहीं लिखिया, ते कुरान शरीफ च राम नहीं लिखिया, कुरान च राम नहीं लिखिया, ते गुरु ग्रंथ साहिब दे विच अल्लाह भी आ, राम भी आ, बिठल भी आ, हर भी आ, सतनाम भी आ, वाहिगुरु भी आ, जो जो अपनी दुनिया दे विच नाम प्रचलित ने सारे नाम ही दर्ज ने, कोई मर्जी आके पढ़ लो। पहले हुक्मनामा आया, अकबर बड़ा खुश होया, कहंदा कमाल आ यार, तुसीं तां शिकायत कर करी सीगी भी इहदे च गलत लिखिया हैगा। जदों जिहड़ियां ने शिकायत कीती सी ना उन्हां नूं झाड़ पाई, मूंह नीवें हो गए, धौना नहीं, कोई झूठ दा कोई स्टैंड नहीं ना हुंदागा, झूठ दी कोई जड़ नहीं हुंदीगी, मूंह नीवें हो गए। नाल ना मूंह नीवें करके की कहंदे ने, कहंदे तुसीं आप दे हत्थीं देखो प्रकाश करके, की है तां हद पा के लिआए हुण विच, की है निशानी ला के लिआए हुण। ते जदों इह गल कही ना, उस तो बाद फिर प्रकाश कीता, ते प्रकाश करन ते फिर हुक्मनामा आउंदा, धन श्री गुरु नानक दे महाराज जी दे पावन शब्द,
जक अज गुफ्तम पेश तो दर गोस कुन करतार हक्का कबीर करीम तू। ਇਹ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਚੋਂ ਹੁਕਮਨਾਮਾ ਆਇਆ ਨਾ, ਅਕਬਰ ਫੇਰ ਖੁਸ਼ ਹੋ ਗਿਆ। ਇਹ ਤਾਂ ਫੇਰ ਮੁਸਲਮਾਨ ਮਤ ਦੇ ਸੰਬੰਧ ਦੇ ਵਿੱਚ ਗੱਲ ਲਿਖੀ ਆ ਗਈ ਵੀ ਸਾਰੀਆਂ ਗੱਲਾਂ ਚੰਗੀਆਂ, ਇਹ 'ਚ ਤਾਂ ਮਾੜਾ ਹੀ ਕੁਛ ਨਹੀਂ ਲਿਖਿਆਗਾ। ਜਦੋਂ ਇਦਾਂ ਦੀ ਗੱਲ ਕਹੀ ਨਾ, ਅਕਬਰ ਕਹਿੰਦਾ ਬਾਕੀ ਸ਼ਿਕਾਇਤਾਂ ਇੱਥੇ ਖਾਰਜ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਜਿੱਤ ਤੇ ਜਿਨ੍ਹਾਂ ਨੇ ਸ਼ਿਕਾਇਤ ਲਾਈ ਸੀ ਉਹਨਾਂ ਨੂੰ ਫਿਰ ਮੂੰਹ ਦੀ ਖਾਣੀ ਪਈ। ਤੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਜਿੱਤ ਹੋਈ ਤੇ ਬਾਬਾ ਜੇਠਾ ਜੀ ਨੂੰ ਬੜੇ ਮਾਣ ਅਦਬ ਸਤਿਕਾਰ ਦੇ ਨਾਲ ਅਕਬਰ ਦੀ ਕਚਹਿਰੀ ਦੇ ਵਿੱਚੋਂ ਰਿਹਾ ਕੀਤਾ ਗਿਆ, ਜਾਣੀ ਕਿ ਤੋਰਿਆ ਗਿਆ ਸਤਿਕਾਰ ਦੇ ਨਾਲ, ਮਾਣ ਦੇ ਨਾਲ। ਜਿਵੇਂ ਹੁਣ ਆਪਾਂ ਇੱਥੇ ਵੀ ਗੱਲ ਕਹਿ ਸਕਦੇ ਹਾਂ, ਕਿਸਾਨੀ ਮੋਰਚਾ ਚੱਲ ਰਿਹਾ ਸੀ ਕਿੰਨੇ ਟਾਈਮ ਤੋਂ, ਤੇ ਜੋ ਸੱਜਣ ਦੁਨੀਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਕਹਿ ਲਓ ਜਾਂ ਯੂਪੀ ਵਿੱਚ ਕਹਿ ਲਓ ਜਾ ਆ ਰਹੇ ਨੇ, ਸਭ ਦਾ ਮਾਣ ਸਤਿਕਾਰ ਕੀਤਾ ਜਾ ਰਿਹਾ, ਕਰਨਾ ਚਾਹੀਦਾ ਵੀ ਆ, ਕੋਈ ਸ਼ੱਕ ਨਹੀਂਗਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਫਿਰ ਇਹ ਮਾਣ ਸਤਿਕਾਰ ਮਿਲਿਆ ਤੇ ਵਿਰੋਧੀਆਂ ਨੂੰ ਫਿਰ ਮੂੰਹ ਦੀ ਖਾਣੀ ਪਈ। ਤੇ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰ ਗੁਰੂ ਰਾਮਦਾਸ ਮਹਾਰਾਜ ਜਾਨੀ ਕਿ ਬਾਬਾ ਜੇਠਾ ਜੀ ਪਹੁੰਚਦੇ ਨੇ, ਆ ਕੇ ਸਾਰੀਆਂ ਗੱਲਾਂ ਬਾਤਾਂ ਦੱਸੀਆਂ ਤੇ ਗੁਰੂ ਸਾਹਿਬ ਜੀ ਬੜੇ ਖੁਸ਼ ਹੋਏ ਤੇ ਸਤਿਗੁਰੂ ਪਾਤਸ਼ਾਹ ਜੀ ਨਾਲ ਇਹ ਵੀ ਕਹਿ ਕੇ ਤੋਰਿਆ, ਬੇਝਿਜਕ ਹੋ ਕੇ, ਬੇਖੌਫ ਹੋ ਕੇ, ਬਿਨਾਂ ਕਿਸੇ ਡਰ ਤੋਂ ਤੁਸੀਂ ਆਪਣੇ ਸਾਰੇ ਕੰਮ ਕਰੋ ਤੇ ਤੁਹਾਨੂੰ ਕੋਈ ਬੁਲਾ ਨਹੀਂ ਸਕੇਗਾ। ਇਹਨੂੰ ਕੀ ਕਿਹਾ ਜਾ ਸਕਦਾ? ਇੱਥੇ ਅਕਬਰ ਵੀ ਬਾਬੇ ਨਾਨਕ ਦੇ ਹੱਕ ਵਿੱਚ ਬੋਲ ਪਿਆ। ਉਸ ਤੋਂ ਬਾਅਦ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜੋ ਕਾਰਜ ਇੱਥੇ ਕੀਤੇ ਆਪਾਂ ਅੱਜ ਸੁਣ ਲਿਆ। ਬੋਲੀ ਸਾਹਿਬ ਦੀ ਉਸਾਰੀ, ਲੰਗਰ ਪ੍ਰਥਾ, ਪਹਿਲੇ ਪੰਗਤ ਪਾਸੇ ਸੰਗਤ, ਦਾਤੂ ਵੱਲੋਂ ਵਿਰੋਧਤਾ, ਕਿਵੇਂ ਚੜ ਕੇ ਆਏ ਨੇ, ਫੇਰ ਸ਼ਿਕਾਇਤ ਹੁੰਦੀ ਆ, ਫਿਰ ਜਿੱਤ ਹੁੰਦੀ ਆ, ਫੇਰ ਸ਼ਿਕਾਇਤ ਹੁੰਦੀ ਆ, ਫੇਰ ਜਿੱਤ ਹੁੰਦੀ ਆ। ਤੇ ਉਸ ਤੋਂ ਬਾਅਦ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਕਾਰਜ ਕੀਤੇ। ਸੰਖੇਪ ਵਿਚਾਰ, ਆਪਣਾ ਅੰਤਲਾ ਸਮਾਂ ਵੇਖ ਕੇ ਆਪਣੇ ਕੋਲ ਆਪਣੇ ਪੁੱਤਰਾਂ ਨੂੰ, ਸੰਗਤ ਨੂੰ ਅਤੇ ਆਪਣੇ ਦੋਵੇਂ ਜਾਣੀ ਕਿ ਜਵਾਈਆਂ ਨੂੰ ਬੁਲਾਇਆ, ਇੱਕ ਭਾਈ ਜੇਠਾ ਤੇ ਇੱਕ ਭਾਈ ਰਾਮਾ। ਇਹ ਭਾਵੇਂ ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਨਾਲ ਸੰਬੰਧਿਤ ਆਪਾਂ ਗੁਰੂ ਰਾਮਦਾਸ ਮਹਾਰਾਜ ਦੇ ਵਿਆਹ ਬਾਰੇ ਪੜਾਂਗੇ ਤੇ ਸੁਣਾਂਗੇ, ਪਰ ਇੱਥੇ ਵਿਆਹ ਹੋ ਚੁੱਕਿਆ ਬੀਬੀ ਭਾਨੀ ਜੀ ਦੇ ਨਾਲ ਤੇ ਬੀਬੀ ਦਾਨੀ ਜੀ ਦੇ ਨਾਲ ਭਾਈ ਰਾਮਾ ਜੀ ਦਾ। ਇੱਕ ਪੇਪਰ ਪਾਇਆਗਾ, ਉਹ ਪੇਪਰ ਕਿਹੜਾਗਾ ਜੋ ਅੱਜ ਵੀ ਆਪਾਂ ਜਦੋਂ ਗੋਬਿੰਦਵਾਲ ਸਾਹਿਬ ਜਾਂਦੇ ਆ ਨਾ, ਉੱਥੇ ਇੱਕ ਥੜੇ ਦੇ ਦਰਸ਼ਨ ਕਰਦੇ ਆ ਤੇ ਮੰਨਿਆ ਜਾਂਦਾ ਵੀ ਉਹ ਥੜਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਪੇਪਰ ਪਾਇਆ, ਇੱਕ ਪ੍ਰੀਖਿਆ ਲੈਤੀ ਆ, ਇੱਕ ਪ੍ਰੀਖਿਆ ਲੈਤੀ ਨੇ ਪੇਪਰ। ਉਹ ਪੇਪਰ ਦੇ ਵਿੱਚੋਂ ਪਾਸ ਕੌਣ ਹੁੰਦਾਗਾ? ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨਾ, ਕਹਿੰਦੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ, ਇੱਕ ਨਾ ਅਸੀਂ ਥੜਾ ਬਣਵਾਉਣਾਗਾ ਬੈਠਣ ਵਾਸਤੇ, ਟਿਕਣ ਵਾਸਤੇ। ਦੇਖੋ ਇਸ਼ਾਰੇ ਦੇਖੋ ਗੁਰੂ ਸਾਹਿਬ ਦੇ, ਟਿਕਣ ਵਾਸਤੇ, ਜਾਣੀ ਕਿ ਮੈਂ ਆਪਣੀ ਜੋਤ ਟਿਕਾਉਣ ਵਾਸਤੇ ਹਿਰਦੇ ਵਿੱਚ ਥੜਾ ਬਣਵਾਉਣਾਗਾ, ਪਰ ਉਹਦਾ ਨਕਸ਼ਾ ਬਾਹਰ ਤਿਆਰ ਕਰਨਾਗਾ। ਬੈਠਣਾ ਹਿਰਦੇ 'ਚ, ਥੜਾ ਹਿਰਦੇ 'ਚ ਬਣਾਉਣਾਗਾ। ਕਿਹਨੇ ਬਣਾਇਆ ਪੱਕਾ ਤੇ ਕਿਹਨੇ ਬਣਾਇਆ ਕੱਚਾ, ਕਿਹੜਾ ਸਹੀ ਬਣਾਊਗਾ ਤੇ ਕਿਹੜਾ ਸਹੀ ਨਹੀਂ ਬਣਾਉਂਦਾ। ਬੈਠਣਾ ਮੈਂ ਹਿਰਦੇ 'ਚ ਤੇ ਇੱਕ ਇਸ਼ਾਰਾ ਕੀਤਾ ਨਾ, ਵਾਰੀ ਤੌਰ ਤੇ ਇੱਕ ਥੜਾ ਬਣਾਓ ਪੁੱਤ, ਤੇ ਆਪੋ ਤੇ ਬੈਠ ਕੇ ਨਾ ਸਦਾ ਵਾਸਤੇ ਟਿਕ ਕੇ ਸੱਚ ਦਾ ਪ੍ਰਚਾਰ ਕਰਿਆ ਕਰਾਂਗੇ। ਤੇ ਗੁਰੂ ਅਮਰਦਾਸ ਮਹਾਰਾਜ ਨੇ ਆਹ ਸੇਵਾ ਆਪਣੇ ਜਵਾਈਆਂ ਦੀ ਲਾਈ ਆ। ਪੇਪਰ ਕੌਣ ਕੌਣ ਪਾਸ ਹੁੰਦੇ, ਇਹਨਾਂ ਚੋਂ ਫੇਲ ਹੋ ਗਏ ਫਿਰ ਅੱਗੇ ਚੱਲ ਵੜਾਂਗੇ। ਪਰ ਅੱਜ ਥੜਾ ਬਾਬਾ ਜੇਠਾ ਜੀ ਨੇ ਵੀ ਬਣਾਇਆ ਤੇ ਬਾਬਾ ਰਾਮਾ ਜੀ ਨੇ ਵੀ ਬਣਾਇਆ। ਗੁਰੂ ਸਾਹਿਬ ਦੂਜੇ ਦਿਨ ਆਏ ਤੇ ਆ ਕੇ ਕਹਿੰਦੇ ਨਾ,
ਆ ਥੜਾ ਤਾਂ ਇੱਥੋਂ ਜਾ ਕੇ ਫਰਕ ਆ, ਵਧੀਆ ਨਹੀਂ ਬਣਿਆ। ਤੇ ਆ ਥੜਾ ਇਹਦੇ 'ਚ ਵੀ ਇੱਥੇ ਜਾ ਕੇ ਫਰਕ ਆਗਾ, ਇਹ ਵੀ ਨਹੀਂ ਵਧੀਆ ਬਣਿਆ। ਪੁੱਤ ਤੁਸੀਂ ਨਾ ਇਹ ਦੋਨੇ ਥੜੇ ਫਿੱਟ ਨਹੀਂ ਬਣਾਏਗੇ, ਮੇਰੇ ਪਸੰਦ ਨਹੀਂ ਹਨ। ਤੇ ਤੁਸੀਂ ਇਹਨਾਂ ਥੜਿਆਂ ਨੂੰ ਢਾਹ ਕੇ ਨਾ ਦੁਬਾਰਾ ਤਿਆਰ ਕਰੋ, ਆਪਾਂ ਕੱਲ ਨੂੰ ਚੈੱਕ ਕਰਾਂਗੇ। ਹੁਣ ਬਾਬਾ ਜੇਠਾ ਜੀ ਨੇ ਤਾਂ 7 ਬਚਨ ਕਹਿ ਕੇ ਥੜਾ ਢਾਤਾ, ਤੇ ਥੜਾ ਢਾਹ ਕੇ ਨਾ ਦੁਬਾਰਾ ਉਸਾਰੀ ਸ਼ੁਰੂ ਕਰਤੀ। ਤੇ ਬਾਬਾ ਰਾਮਾ ਜੀ ਵੀ ਨੇ ਬੁੜ ਕਰਦਿਆਂ ਥੜਾ ਢਾਹ ਵੀ ਦਿੱਤਾ ਤੇ ਦੁਬਾਰਾ ਬਣਾ ਵੀ ਦਿੱਤਾ। ਗੁਰੂ ਸਾਹਿਬ ਦੂਜੇ ਦਿਨ ਫੇਰ ਆਏ, ਫਿਰ ਗੁਰੂ ਸਾਹਿਬ ਨੇ ਨੱਕ ਮਾਰਤਾ, ਨਾ ਫਿੱਟ ਨਹੀਂ। ਭਾਈ ਜੇਠਿਆ ਤੇਰਾ ਥੜਾ ਵੀ ਨਹੀਂ ਵਧੀਆ, ਰਾਮਾ ਜੀ ਤੁਹਾਡਾ ਥੜਾ ਵੀ ਨਹੀਂ ਵਧੀਆ, ਅਣਫਿੱਟ ਆ। ਜਦੋਂ ਦੂਜੀ ਵਾਰੇ ਥੜਾ ਬਣਾਇਆ ਨਾ, ਚਲੋ ਬਾਬਾ ਜੇਠਾ ਜੀ ਨੇ 7 ਬਚਨ ਕਹਿ ਕੇ ਥੜਾ ਢਾਤਾ, ਦੁਬਾਰੇ ਬਣਾਉਣਾ ਸ਼ੁਰੂ ਕਰਤਾ। ਤੇ ਬਾਬਾ ਰਾਮਾ ਜੀ ਨੇ ਬੁੜ ਕਰਦਿਆਂ ਥੜਾ ਢਾਹ ਵੀ ਦਿੱਤਾ ਤੇ ਅੱਜ ਕਹਿ ਲੋ ਦੂਜੀ ਵਾਰ ਬਣਾ ਵੀ ਦਿੱਤਾ। ਤੇ ਗੁਰੂ ਸਾਹਿਬ ਤੀਜੇ ਦਿਨ ਫੇਰ ਆਉਂਦੇ ਨੇ ਤੇ ਆ ਕੇ ਚੈੱਕ ਕੀਤਾ, ਬਾਬਾ ਰਾਮਾ ਜੀ ਦਾ ਥੜਾ। ਕਹਿੰਦੇ ਰਾਮਿਆ ਥੜੇ 'ਚ ਨੁਕਸ਼ਾ ਪੁੱਤ, ਸਹੀ ਨਹੀਂ ਬਣਿਆ। ਜਦੋਂ ਇਹ ਗੱਲ ਕਹੀ ਨਾ ਤੇ ਰਾਮੇ ਨੇ ਤਾਂ ਤੇਸੀ ਕਰੰਡੀ ਕਹਿ ਲੋ ਚਲਾ ਕੇ ਮਾਰੀ। ਕਹਿੰਦਾ ਆ ਚੱਕ, ਜਿਵੇਂ ਚੰਗਾ ਲੱਗਦਾ ਉਵੇਂ ਬਣਾ ਲਾ, ਮੈਥੋਂ ਨਹੀਂ ਬਣਦਾ। ਪਹਿਲੇ ਦਿਨ ਬਣਾਇਆ ਫਿਰ ਵੀ ਅਣਫਿੱਟ, ਦੂਜੇ ਦਿਨ ਬਣਾਇਆ, ਕਿਉਂਕਿ ਜਵਾਈ ਹੈ ਨਾ, ਘਰ ਦਾ ਰੋਹਬ ਤਾਂ ਮਾਰਨਾ ਹੀ ਆ। ਗੁਰੂ ਅਮਰਦਾਸ ਮਹਾਰਾਜ ਜੀ ਸਹੁਰਾ ਸਾਹਿਬ, ਸਹੁਰਾ ਪਿਤਾ ਜੀ ਲੱਗਦੇ ਨੇ, ਤੇ ਜਵਾਈਆਂ ਦਾ ਸੁਭਾਅ ਹੁੰਦਾ ਸਹੁਰੇ ਘਰ ਜਾ ਕੇ ਹਵਾ ਕਰਨੀ, ਕੁਦਰਤੀ ਗੱਲ ਆ। ਇਹ ਤਾਂ ਬਾਬਾ ਜੇਠਾ ਹੀ ਆ ਜਿਹੜਾ ਸਹੁਰੇ ਘਰ ਜਾ ਕੇ ਨਾ ਕਿਸੇ ਤਰ੍ਹਾਂ ਦੀ ਕੋਈ ਹਵਾ ਨਹੀਂ ਕੀਤੀ, ਪਿਆਰ ਵਿੱਚ ਭਿੱਜ ਕੇ ਬਹੁਤ ਜ਼ਿਆਦਾ ਕੁਛ ਖੱਟ ਕੇ ਲੈ ਗਿਆ। ਲੈ ਆ ਚੱਕ ਫੜ, ਮੈਂ ਨਹੀਂ ਬਣਾਉਂਦਾ ਬਣਾਉਂਦਾ, ਹੱਥ ਖੜੇ ਨੇ ਆਪਣੇ, ਤਾਂ ਜਿਵੇਂ ਚੰਗਾ ਲੱਗਦਾ ਬਣਾ ਲਾ ਜਾਂ ਬਣਵਾ ਲਾ, ਬਣਾ ਲਾ ਜਾਂ ਬਣਵਾ ਲਾ। ਗੁਰੂ ਸਾਹਿਬ ਮੁਸਕਰਾ ਪਏ, ਹੱਸ ਪਏ। ਚਲੋ ਕੋਈ ਨਾ ਪੁੱਤ ਘਬਰਾ ਨਾ, ਫਿਰ ਕੀ ਹੋ ਗਿਆ, ਨਹੀਂ ਬਣਿਆ ਤਾਂ ਕੀ, ਆਪਾਂ ਬਣਵਾ ਲਾਂਗੇ। ਤੇ ਹੁਣ ਬਾਬੇ ਜੇਠੇ ਜੀ ਥੜੇ ਵੱਲ ਹੋ ਗਏ ਗੁਰੂ ਸਾਹਿਬ। ਜੇਠਿਆ ਥੜਾ ਤੇਰਾ ਵੀ ਨਹੀਂ ਵਧੀਆ ਬਣਿਆ, ਥੜਾ ਤੇਰਾ ਵੀ ਨਹੀਂ ਵਧੀਆ ਬਣਿਆ। ਜਦੋਂ ਆ ਗੱਲ ਕਹੀ ਨਾ, ਹੁਣ ਫਰਕ ਇੰਨਾ ਕੀ ਆ, ਥੋੜਾ ਜਿਹਾ ਇੱਕ ਨੇ ਸਾਰਾ ਕੁਝ ਚਲਾ ਕੇ ਮਾਰਿਆ, ਕਹਿੰਦਾ ਆਪਦੇ ਆਪ ਹੀ ਬਣਾ ਲਾ ਜਾਂ ਬਣਵਾ ਲਾ, ਤੇ ਇੱਕ ਨੇ ਕੀ ਕਿਹਾ, ਪੈਰੀ ਆਪਣੇ ਵੱਲੋਂ ਸਿਰ ਧਰ ਕੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਮੱਤ ਥੋੜੀ ਆ, ਮੈਂ ਬੌਰਾ, ਮੇਰਾ ਨਾਮ ਪਤਾਰ, ਮੈਂ ਬੌਰਾ ਭਾ ਬੌਲਾ, ਮੈਂ ਤਾਂ ਬੇਅਕਲਾਂਗਾ। ਪਾਤਸ਼ਾਹ ਮੇਰੀ ਅਕਲ 'ਚ ਕਮੀ ਆ, ਤੇ ਕਿਰਪਾ ਕਰੋ ਤੁਸੀਂ ਨਾ ਮੇਰੇ ਵਿੱਚ ਆਪ ਬਸ ਕੇ ਥੜਾ ਬਣਾਉਣ ਦੀ ਸੇਵਾ ਆਪਣੇ ਹੱਥੀਂ ਆਪ ਕਰਵਾ ਲਓ, ਤੇ ਮੈਂ ਥੜਾ ਨਾ ਜਿਵੇਂ ਤੁਸੀਂ ਕਹੋਗੇ ਉਵੇਂ ਬਣਾ ਦਾਂਗਾ, ਪਰ ਮੇਰੇ ਵਿੱਚ ਤੁਸੀਂ ਵਸ ਜੋ ਆ ਕੇ, ਮੈਂ ਆਪਣੀ ਮੱਤ ਨਾ ਵਰਤਾਂ, ਮੱਤ ਤੁਹਾਡੀ ਹੋਵੇ। ਜਦੋਂ ਆ ਗੱਲ ਕਹੀ ਨਾ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਜੇਠਾ ਜੀ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਕੀ ਕਿਹਾ, ਪੁੱਤ ਤੇਰੇ ਹਿਰਦੇ ਦੇ ਵਿੱਚ ਮੇਰਾ ਥੜਾ ਪੱਕੇ ਤੌਰ ਤੇ ਬਣ ਗਿਆ। ਥੜੇ 'ਚ ਕੋਈ ਨੁਕਸ ਨਹੀਂ ਬਾਹਰੀ ਤੌਰ ਤੇ, ਉਹ ਤਾਂ ਇੱਕ ਪੇਪਰ ਸੀ, ਪਰ ਮੈਂ ਤਾਂ ਤੁਹਾਡੇ ਹਿਰਦੇ ਵਿੱਚ ਥੜੇ ਪੱਕੇ ਬਣਨੇ ਦੇਖਣਾ ਚਾਹੁੰਦਾ ਸੀ, ਵੀ ਜੇਠਾ ਜੀ ਤੇ ਰਾਮਾ ਜੀ ਦੇ ਹਿਰਦੇ 'ਚ ਸੇਵਾ ਕਰਕੇ ਕੋਈ ਬਦਲਾਅ ਆਇਆ, ਬਾਣੀ ਸੁਣ ਕੇ ਕੋਈ ਬਦਲਾਅ ਆਇਆ, ਬਾਣੀ ਪੜ੍ਹ ਕੇ ਕੋਈ ਬਦਲਾਅ ਆਇਆ। ਜੇ ਬਦਲਾਅ ਆਇਆ ਤਾਂ ਜੇਠਾ ਤੇਰੇ 'ਚ ਆਇਆਗਾ, ਤੇਰੇ 'ਚ ਨਿਮਰਤਾ, ਪਿਆਰ, ਤੇਰੇ 'ਚ ਬਹੁਤ ਕੁਛ ਹੈਗਾ, ਤੇ ਤੇਰੇ ਹਿਰਦੇ 'ਚ ਮੇਰਾ ਥੜਾ ਬਣ ਗਿਆ। ਮੇਰੇ ਹਿਰਦੇ 'ਚ ਤੂੰ ਆਪਣੇ ਵੱਲੋਂ ਪਿਆਰ ਦਾ ਥੜਾ ਬਣਾ ਲਿਆ, ਤੂੰ ਮੇਰਾ ਤੇ ਮੈਂ ਤੇਰਾ, ਤੂੰ ਮੇਰਾ ਮੈਂ ਤੇਰਾ। ਇਦਾਂ ਦੇ ਬਚਨ ਬੋਲ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੰਗਤ ਦਾ ਇਕੱਠ ਕੀਤਾ। ਸੰਗਤ ਦਾ ਇਕੱਠ ਕਰਕੇ 1574 ਦੇ ਵਿੱਚ
ਆਪਣੇ ਵੱਲੋਂ 907 ਸ਼ਬਦ 19 ਰਾਗਾਂ ਦੇ ਵਿੱਚ ਪੋਥੀ ਵਿੱਚ ਦਰਜ ਕਰਕੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਜਾਣੀ ਕਿ ਬਾਬਾ ਜੇਠਾ ਜੀ ਨੂੰ ਅਰਪਣ ਕਰ ਦਿੱਤੀ। ਤੇ ਇਹ ਸਾਰੀ ਰਸਮ ਭਰੀ ਸੰਗਤ ਵਿੱਚ ਬਾਬਾ ਜੇਠਾ ਜੀ ਨੂੰ ਆਪਣੇ ਵੱਲੋਂ ਗੁਰਤਾ ਗੱਦੀ ਦੇ ਕੇ ਗੁਰੂ ਸਥਾਪਿਤ ਕਰ ਦਿੱਤਾ ਤੇ ਬਾਬਾ ਬੁੱਢਾ ਜੀ ਨੇ ਰਸਮ ਨਿਭਾਈ ਆ। ਤੇ ਨਾਲ ਸੰਗਤ ਨੂੰ ਕੀ ਕਿਹਾ, ਸੰਗਤ ਜੀ ਅੱਜ ਤੋਂ ਬਾਅਦ ਤੁਹਾਡੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹਨਾਂ ਨੂੰ ਸਾਰੇ ਝੁਕ ਕੇ ਮੱਥਾ ਟੇਕੋ। ਉੱਥੇ ਮੰਨਿਆ ਜਾਂਦਾ ਜਿਹੜੇ ਵਿਰੋਧੀ ਸੀ ਉਹ ਤਾਂ ਤੁਰੀ ਗਏ ਸੀ, ਲੈ ਇਹ ਤਾਂ ਨੰਗ ਨੂੰ ਗੁਰਤਾ ਗੱਦੀ ਦੇਤੀ। ਅੱਜ ਵੀ ਇਹੀ ਗੱਲਾਂ ਚੱਲਦੀਆਂ ਨੇ, ਇਹੀ ਕੁਛ ਚੱਲਦਾ ਨਾ, ਅੱਜ ਕਿਹੜਾ ਬਦਲ ਗਏ ਸੀ। ਅੱਛਾ, ਸਾਡਾ ਮਤਲਬ ਕਿਉਂ ਅਸੀਂ ਬੰਦੇ ਦਾ ਹਿਸਟਰੀ ਪਿਛਲੀ ਫਰੋਲਦੇ ਆ। ਲੈ ਕੱਲ ਦੀ ਭੂਤਨੀ ਸਿਵਿਆਂ ਚੱਲਦਾ, 100 ਚੂਹਾ ਖਾ ਕੇ ਬਿੱਲੀ ਹੱਜ ਨੂੰ ਗਈ। ਹੁਣ ਬਾਬਾ ਜੇਠਾ ਜੀ ਨੂੰ ਵਿਰੋਧੀ ਧਿਰ ਦੇ ਅਨਸਰ ਆ ਗੱਲਾਂ ਕਹਿੰਦੇ ਨੇ ਤੇ ਪਰ ਗੁਰੂ ਪਾਤਸ਼ਾਹ ਜੀ ਦੇ ਹੁਕਮ ਨੂੰ ਸੁਣ ਕੇ ਇੱਕ ਨਹੀਂ ਅਨੇਕਾਂ ਲੋਕ ਅਨੇਕਾਂ ਸੰਗਤ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੈਰੀਂ ਝੁਕ ਗਈ, ਬਹਿ ਗਈ। ਤੇ ਨਾਲ ਗੁਰੂ ਪਾਤਸ਼ਾਹ ਦੀ ਬਾਣੀ 'ਚ ਇਹ ਵੀ ਲਿਖਿਆ, ਮੋਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀਂ ਪਾਏ ਜੀਓ। ਤੀਜੇ ਪਾਤਸ਼ਾਹ ਦਾ ਇੱਕ ਪੋਤਾ ਮੋਹਨ, ਇੱਕ ਪੋਤਾ ਮੋਰੀ, ਤੇ ਮੋਰੀ ਨਾ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਬਹਿ ਗਿਆ, ਤੂੰ ਮੇਰਾ ਗੁਰੂ। ਹੁਣ ਰਿਸ਼ਤੇਦਾਰੀ ਤਾਂ ਸਾਲੇ ਭਣੋਗੀ ਵਾਲੀ ਹੈ ਨਾ, ਤੇ ਮੰਨ ਲਿਆ ਗੁਰੂ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਤੈਨੂੰ ਕਹਿ ਦਿੱਤਾ ਵੀ ਤੂੰ ਗੁਰੂ ਆ, ਤੇ ਅੱਜ ਤੋਂ ਬਾਅਦ ਮੇਰਾ ਤੂੰ ਗੁਰੂ ਹੈ। ਸੋ ਗੁਰੂ ਕਿਰਪਾ ਕਰੇ। ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਜ਼ਿੰਦਗੀ ਦੇ ਕਾਰਜ, ਉਹਨਾਂ ਦੇ ਮਹਾਨ ਕਾਰਜ ਜਿਨ੍ਹਾਂ ਦਾ ਆਪਾਂ ਵੇਰਵਾ ਸੰਖੇਪ ਦੇ ਵਿੱਚ ਸੁਣਿਆਗਾ। ਸੋ ਸਾਰਿਆਂ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਗੁਰੂ ਪਾਤਸ਼ਾਹ ਕਿਰਪਾ ਕਰਨ। ਗੁਰੂ ਰਾਮਦਾਸ ਮਹਾਰਾਜ ਦੇ ਜੀਵਨ ਚ ਵੀ ਆਪਾਂ ਸੰਖੇਪ ਪੜਾਂਗੇ, ਕੋਸ਼ਿਸ਼ ਕਰਾਂਗੇ ਜਿਉਂ ਬੁਲਾਵੇ ਤਿਉਂ ਬੋਲਾਂ ਸੁਆਮੀ, ਕੁਦਰਤ ਕਵਣ ਹਮਾਰੀ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਸਾਰਨਾ, ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੋ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਅਰਦਾਸ।